आप लिहो तुम कथा सुधाई। सतनाम श्री वाहिगुरु साहिब जीओ। दोहरा कर स्नान सतगुर आए, बैठे लाए दीवानो। सुन सुन सुध अचरज करत, क्या होए गई महान। वाहिगुरु जी का खालसा वाहिगुरु जी की फतेह। गुरु की साजी नवाजी होई, गुरु खालसा साध संगत जीओ। संध्या ਦੇ ਦੀਵਾਨ ਸਜੇ ਹਨ, ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ, ਆਰਤੀ ਆਰਤੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਵ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਆਪਣੀ ਸੁਰਤੀ ਜੋੜੀਏ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਗੁਰੂ ਹਰਗੋਬਿੰਦ ਸਾਹਿਬ ਜੋ ਪਰਮੇਸ਼ਰ ਦਾ ਹੀ ਰੂਪ ਹਨ, ਆਪ ਜੀ ਦੇ ਪੰਜ ਪੁੱਤਰ ਸਨ, ਪੰਜ ਸਾਹਿਬਜ਼ਾਦੇ ਸਨ। ਵੱਡੇ ਬਾਬਾ ਗੁਰਦਿੱਤਾ, ਦੂਸਰੇ ਬਾਬਾ ਸੂਰਜਮਲ ਜੀ, ਤੀਸਰੇ ਬਾਬਾ ਅਣੀ ਰਾਏ ਜੀ, ਚੌਥੇ ਬਾਬਾ ਅਟਲ ਰਾਏ ਜੀ, ਪੰਜਵੇਂ ਗੁਰੂ ਤੇਗ ਬਹਾਦਰ ਜੀ। ਇੱਕ ਬੇਟੀ ਸੀ ਬੀਬੀ ਬੀਰੋ ਜੀ, ਜਿਹੜੀ ਦੂਜੇ ਨੰਬਰ 'ਤੇ ਸੀ। ਬਾਬੇ ਗੁਰਦਿੱਤੇ ਤੋਂ ਛੋਟੀ ਸੀ, ਬਾਕੀ ਭਰਾਵਾਂ ਨਾਲੋਂ ਵੱਡੀ ਸੀ, ਜਿਸ ਦਾ ਪਿੱਛੇ ਵਿਆਹ ਹੋਣ ਦਾ ਪ੍ਰਸੰਗ ਵੀ ਆਪਾਂ ਸੁਣ ਚੁੱਕੇ। ਮਹਾਰਾਜ ਦੇ ਪੰਜੇ ਹੀ ਪੁੱਤਰ ਬੜੇ ਮਹਾਨ, ਪਰਮੇਸ਼ਰ ਨਾਲ ਜੁੜੇ ਹੋਏ, ਭਗਤੀ ਸਿਮਰਨ ਕਰਨ ਵਾਲੇ ਔਰ ਸਾਰੀਆਂ ਸ਼ਕਤੀਆਂ ਦੇ ਮਾਲਕ ਸਨ। ਜਿਨ੍ਹਾਂ ਵਿੱਚੋਂ ਬਾਬਾ ਅਟਲ ਰਾਏ ਜੀ ਬਹੁਤ ਹੀ ਪਹੁੰਚੀ ਹੋਈ ਆਤਮਾ, ਪਰਮੇਸ਼ਰ ਨਾਲ ਹੀ ਇੱਕਮਿਕ ਰਹਿਣ ਵਾਲੀ ਆਤਮਾ ਔਰ ਸਾਰੀਆਂ ਤਾਕਤਾਂ ਸ਼ਕਤੀਆਂ ਦੇ ਮਾਲਕ, ਜੋ ਬਚਨ ਕਰਦੇ ਹੋ ਜਾਂਦਾ ਸੀ। ਉਹਨਾਂ ਦੇ ਇੱਕ ਸਾਥੀ ਮੋਹਣ ਨੂੰ ਸੱਪ ਲੜ ਗਿਆ ਅਤੇ ਉਹਦੀ ਮੌਤ ਹੋ ਗਈ। ਅਤੇ ਬਾਬਾ ਜੀ ਖਿੱਦੂ ਖੂੰਡੀ ਦੀ ਖੇਡ ਖੇਡਦੇ ਹੋਏ ਉਹਦੇ ਸਿਰ ਜੋ ਮਿੱਟੀ ਚਾੜ੍ਹ ਆਏ ਸਨ, ਉਹ ਲੈਣ ਵਾਸਤੇ ਜਦੋਂ ਸਵੇਰੇ ਗਏ ਅਤੇ ਮੋਹਣ ਮਰਿਆ ਪਿਆ ਸੀ। ਉਹਦੇ ਗਲ ਖੂੰਡੀ ਪਾ ਕੇ ਉਹਨੂੰ ਕਹਿੰਦੇ, ਸੁੱਤਾ ਪਿਆ, ਉੱਠ ਖੜ੍ਹਾ ਹੋ, ਸਾਡੀ ਮਿੱਟੀ ਦੇ। ਅਤੇ ਮੋਹਣ ਉਸੇ ਵੇਲੇ ਚੇਤਨਾ ਸਰੀਰ ਵਿੱਚ ਆ ਗਈ, ਸੁਰਜੀਤ ਹੋ ਗਿਆ ਅਤੇ ਬਾਬਾ ਜੀ ਨਾਲ ਖੇਡਣ ਨੂੰ ਆ ਗਿਆ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ, ਮਹਾਰਾਜ ਬਹੁਤ ਨਾਰਾਜ਼ ਹੋਏ ਕਿ ਇਸ ਤਰ੍ਹਾਂ ਤਾਂ ਬਾਬਾ ਅਟਲ ਰਾਏ ਮਰੇ ਹੋਏ ਲੋਕਾਂ ਨੂੰ ਜਿੰਦਾ ਕਰਕੇ ਰੱਬ ਦਾ ਸ਼ਰੀਕ ਬਣ ਜਾਏਗਾ, ਕਿਉਂਕਿ ਵਾਹਿਗੁਰੂ ਦੇ ਭਾਣੇ ਵਿੱਚ ਹੀ ਜੀਵ ਮਰਦੇ ਹਨ, ਵਾਹਿਗੁਰੂ ਦੇ ਭਾਣੇ ਵਿੱਚ ਹੀ ਜੰਮਦੇ ਹਨ। ਜੇ ਕੋਈ ਆਪਣੀ ਮਰਜ਼ੀ ਨਾਲ ਮਾਰਨ 'ਤੇ ਜਵਾਨ ਲੱਗ ਜਾਵੇ, ਉਹ ਪਰਮੇਸ਼ਰ ਦਾ ਸ਼ਰੀਕ ਬਣ ਜਾਂਦਾ ਹੈ। ਇਹ ਗੱਲ ਠੀਕ ਨਹੀਂ ਹੈ। ਬਾਬੇ ਅਟਲ ਰਾਏ ਜੀ ਜਦੋਂ ਮੱਥਾ ਟੇਕਣ ਸ੍ਰੀ ਅਕਾਲ ਤਖਤ 'ਤੇ ਆਏ, ਛੇਵੇਂ ਪਾਤਸ਼ਾਹ ਨੇ ਕਿਹਾ ਕਿ ਹੁਣ ਲੋਕਾਂ ਦੇ ਪੁੱਤਰ ਮਰਿਆ ਕਰਨਗੇ ਅਤੇ ਉਹ ਲਿਆ ਕੇ ਗੁਰੂ ਘਰ 'ਚ ਲੰਮਾ ਪਾ ਦਿਆ ਕਰਨਗੇ। ਸਾਡੇ ਬੱਚੇ ਨੂੰ ਜਿੰਦਾ ਕਰੋ ਅਤੇ ਪ੍ਰਮਾਤਮਾ ਦੇ ਭਾਣੇ ਵਿੱਚ ਮਰੇ ਹੋਏ ਜੀਵਾਂ ਨੂੰ ਤੁਸੀਂ ਜਿੰਦਾ ਕਰਿਆ ਕਰੋਗੇ, ਯਾਨੀ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਦੀ ਅਦੂਲੀ ਕਰੋਗੇ। ਇਹ ਕੰਮ ਬਹੁਤ ਮਾੜਾ ਹੈ ਅਤੇ ਤੁਸੀਂ ਇਹ ਬਹੁਤ ਵੱਡੀ ਭੁੱਲ ਕੀਤੀ ਹੈ। ਪਰ ਹੁਣ ਉਹਦੀ ਥਾਂ 'ਤੇ ਇੱਕ ਆਤਮਾ ਜਾਵੇਗੀ, ਜਾਂ ਅਸੀਂ ਜਾਵਾਂਗੇ ਜਾਂ ਤੁਸੀਂ ਜਾਓ। ਬਾਬਾ ਅਟਲ ਰਾਏ ਜੀ ਹੁਕਮ ਸਮਝ ਗਏ, ਮੱਥਾ ਟੇਕ ਕੇ ਉੱਥੋਂ ਹੀ ਪਿਛਾਂ ਨੂੰ ਮੁੜੇ ਹਨ ਅਤੇ ਕੌਲਸਰ ਸਰੋਵਰ ਦੇ ਕਿਨਾਰੇ 'ਤੇ ਜਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਲੰਮੇ ਪੈ ਗਏ ਨੇ ਅਤੇ ਚੋਲਾ ਛੱਡ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ, ਸਾਰੇ ਸ਼ਹਿਰ ਵਿੱਚ ਦੁੱਖ ਦੀ ਖਬਰ ਪਹੁੰਚੀ ਹੈ, ਸੰਗਤਾਂ ਪਹੁੰਚ ਗਈਆਂ ਨੇ।
ਗੁਰੂ ਸਾਹਿਬ ਨੇ ਆਪਣੇ ਹੱਥੀਂ ਸੰਸਕਾਰ ਸਾਧ ਸੰਗਤ ਜੀ ਆਪਣੇ ਪੁੱਤਰ ਬਾਬੇ ਅਟਲ ਰਾਏ ਦਾ ਕੀਤਾ ਹੈ। ਬਾਣੀ ਦੇ ਪ੍ਰਵਾਹ ਚੱਲੇ ਨੇ, ਸੰਗਤਾਂ ਬਹੁਤ ਅਫਸੋਸ ਕਰਨ ਆਈਆਂ ਨੇ। ਆਓ ਇਹ ਕਥਾ ਸੁਣੀਏ, ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰ ਇਸ਼ਨਾਨ ਸਤਿਗੁਰ ਆਏ। ਮਹਾਰਾਜ ਆਪਣੇ ਪੁੱਤਰ ਦਾ ਸੰਸਕਾਰ ਕਰਨ ਤੋਂ ਬਾਅਦ ਕੌਲਸਰ ਸਰੋਵਰ ਤੇ ਇਸ਼ਨਾਨ ਕਰਕੇ ਵਾਪਸ ਆ ਗਏ ਨੇ। ਬੈਠੇ ਲਾਏ ਦੀਵਾਨ। ਔਰ ਦੀਵਾਨ ਲਾ ਕੇ ਬੈਠ ਗਏ ਨੇ। ਸੁਨ ਸੁਧ ਅਚਰਜ ਕਰਤ। ਕਹਿੰਦੇ ਬਾਬਾ ਜੀ ਦੇ ਚਲਾਣੇ ਦੀ ਖਬਰ ਸੁਣ ਕੇ ਸਾਰੇ ਹੀ ਹੈਰਾਨ ਹੁੰਦੇ ਹਨ। ਕਿਆ ਹੋਏ ਗਈ ਮਹਾਨ। ਸਾਰੇ ਕਹਿੰਦੇ ਨੇ ਕੀ ਭਾਣਾ ਵਰਤ ਗਿਆ ਹੈ, ਬੜੀ ਵੱਡੀ ਘਟਨਾ ਵਾਪਰੀ ਹੈ। ਚੌਪਈ ਪੁਰਜਨ ਊਚ ਨੀਚ ਤਬ ਆਏ। ਅੰਮ੍ਰਿਤਸਰ ਦੇ ਰਹਿਣ ਵਾਲੇ ਗਰੀਬ ਅਮੀਰ ਸਭ ਆਏ ਹਨ। ਸਭ ਬੋਲਤ ਬਹੁ ਸ਼ੋਕ ਵਧਾਏ। ਸਾਰੇ ਬੜੇ ਸ਼ੋਕ ਦੇ ਨਾਲ, ਅਫਸੋਸ ਦੇ ਨਾਲ ਆਏ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਬੈਠ ਕੇ ਇਸ ਦੁੱਖ ਭਰੀ ਘੜੀ ਵਿੱਚ ਅਫਸੋਸ ਕਰਦੇ ਨੇ। ਮਹਾਰਾਜ ਇਹ ਗਤ ਕਿਆ ਕਰੀ। ਸਾਰੀ ਸੰਗਤ ਕਹਿੰਦੀ ਮਹਾਰਾਜ ਇਹ ਕੀ ਖੇਡ ਵਰਤਾਈ ਹੈ, ਇਹ ਕੀ ਭਾਣਾ ਵਰਤ ਗਿਆ ਹੈ, ਇਹੋ ਜਿਹਾ ਦੁੱਖ ਸਹਿ ਨਹੀਂ ਜਾਂਦਾ। ਪੁੱਤਰ ਦੀ ਮੌਤ ਤੇ ਸਾਧ ਸੰਗਤ ਜੀ ਵੱਡਿਆਂ ਵੱਡਿਆਂ ਨੂੰ ਤੋੜ ਦਿੰਦੀ ਹੈ ਤੇ ਸੰਗਤਾਂ ਨੂੰ ਸਾਰੀਆਂ ਨੂੰ ਬੜਾ ਭਾਰੀ ਦੁੱਖ ਹੈ ਕਿ ਸਾਡੇ ਸਤਿਗੁਰਾਂ ਦਾ ਹੋਣਹਾਰ ਸਰਵ ਸ਼ਕਤੀ ਸੰਪੰਨ ਬਾਲਕ 9 ਸਾਲਾਂ ਦੀ ਉਮਰ ਵਿੱਚ ਹੀ ਚਲਾ ਗਿਆ ਹੈ। ਬਾਬੇ ਅਟਲ ਦੀ ਮੌਤ ਦਾ ਸਾਰਿਆਂ ਨੇ ਦੁੱਖ ਮਨਾਇਆ ਹੈ। ਬਾਲ ਅਵਸਥਾ ਅਜਹੋ ਨਾ ਟਰੀ। ਸਾਰੇ ਕਹਿੰਦੇ ਕਿ ਬਾਬਾ ਅਟਲ ਰਾਏ ਜੀ ਇਹਦੇ ਕਿਹੜੀ ਉਮਰ ਸੀ, 9 ਸਾਲ ਦੇ ਸਨ, ਅਜੇ ਤੇ ਬਾਲਕ ਅਵਸਥਾ ਵੀ ਗਈ ਨਹੀਂ ਸੀ, ਕੁਮਾਰ ਅਵਸਥਾ ਵੀ ਨਹੀਂ ਸੀ ਆਈ। ਮਹਾ ਸ਼ਕਤ ਜਤ ਸਾਹਿਬ ਜ਼ਾਦੇ। ਬਾਬਾ ਅਟਲ ਰਾਏ ਜੀ ਬੜੀਆਂ ਸ਼ਕਤੀਆਂ ਦੇ ਮਾਲਕ, ਜੋ ਵੀ ਬਚਨ ਕਰਦੇ ਸੀ ਪੂਰਾ ਹੋ ਜਾਂਦਾ ਸੀ। ਸਭ ਪਰ ਜਨਨ ਦੇਤ ਅਹਿਲਾਦੇ। ਸਾਰੇ ਅੰਮ੍ਰਿਤਸਰ ਦੇ ਵਾਸੀ ਉਹਨਾਂ ਦੇ ਦਰਸ਼ਨ ਕਰਕੇ ਖੁਸ਼ ਹੁੰਦੇ ਸੀ। ਹਸੂ ਹਸੂ ਕਰਦਾ ਚਿਹਰਾ, ਬਹੁਤ ਹੀ ਸੋਹਣੀ ਸੂਰਤ ਸੀਗੀ ਤੇ ਜਿਹੜੀ ਗਲੀ ਚੋਂ ਲੰਘਦੇ ਸਨ ਸੰਗਤਾਂ ਹੱਥ ਜੋੜ ਜੋੜ ਕੇ ਖਲੋ ਜਾਂਦੀਆਂ ਸਨ। ਖੇਡਦੇ ਫਿਰਦੇ ਸਨ ਬੱਚਿਆਂ ਦੇ ਨਾਲ, ਸਾਰਿਆਂ ਨੂੰ ਅਹਿਲਾਦ ਖੁਸ਼ੀ ਦਿੰਦੇ ਸਨ। ਸਕਲ ਬਾਲਕੇ ਸੰਗ ਫੇਰੰਤੇ। ਬਾਲਕਾਂ ਦੇ ਨਾਲ ਫਿਰਦੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਲੀਲਾ ਕਰਦੇ ਸਨ। ਨਿਸਮਹਿ ਨੀਠ ਨੀਠ ਵਿਛੁਰੰਤੇ। ਔਰ ਮਸੀਂ ਸ਼ਾਮ ਨੂੰ ਜਦੋਂ ਹਨੇਰਾ ਪੈ ਜਾਂਦਾ ਸੀ, ਬੱਚਿਆਂ ਦੀਆਂ ਮਾਵਾਂ ਆਵਾਜ਼ਾਂ ਮਾਰਦੀਆਂ ਸੀ ਵੀ ਘਰ ਆਓ, ਹੁਣ ਸੌਂ ਜਾਓ, ਤੇ ਬੱਚਿਆਂ ਦਾ ਜੀਅ ਨਹੀਂ ਸੀ ਕਰਦਾ ਬਾਬੇ ਅਟਲ ਦਾ ਸਾਥ ਛੱਡਣ ਨੂੰ। ਉਹ ਬੱਚੇ ਬਾਬਾ ਜੀ ਕੋਲ ਰਹਿਣਾ ਚਾਹੁੰਦੇ ਸੀ ਤੇ ਮਾਵਾਂ ਘਰਾਂ ਨੂੰ ਵਾਪਸ ਬੁਲਾਉਂਦੀਆਂ ਸੀ। ਇਹੋ ਜਿਹਾ ਬਾਬਾ ਜੀ ਦਾ ਪਿਆਰ ਸੀ ਬੱਚਿਆਂ ਦੇ ਨਾਲ। ਇਤਿਆਦਿਕ ਬਚ ਕਹਿਤ ਸੁਣਾਵੇਂ। ਇੱਦਾਂ ਦੀਆਂ ਗੱਲਾਂ ਸੰਗਤਾਂ ਕਰਦੀਆਂ ਨੇ ਕਿ ਬਾਬਾ ਅਟਲ ਰਾਏ ਜੀ ਇਹ ਕੀ ਖੇਡ ਵਰਤਾ ਗਏ ਨੇ, ਇੰਨੀ ਛੋਟੀ ਉਮਰ 'ਚ ਇਹ ਚੋਲਾ ਛੱਡ ਗਏ ਨੇ। ਗੁਰੂ ਸਭਿਨ ਕੋ ਸ਼ੁਭ ਸਮਝਾਵੇਂ। ਤੇ ਗੁਰੂ ਮਹਾਰਾਜ ਸਾਰੀ ਸੰਗਤ ਨੂੰ ਉਪਦੇਸ਼ ਦਿੰਦੇ ਨੇ, ਸਮਝਾਉਂਦੇ ਨੇ, ਭਾਈ ਧੀਰਜ ਰੱਖੋ, ਦੈਵ ਗਤੀ ਕੁਛ ਲਖੀ ਨਾ ਜਾਈ। ਭਾਈ ਸਿੱਖੋ, ਵਾਹਿਗੁਰੂ ਦਾ ਭਾਣਾ ਬੜਾ ਅਚਰਜ ਹੈ, ਉਹਦੀ ਗੱਲ ਨੂੰ ਕੋਈ ਸਮਝ ਨਹੀਂ ਸਕਦਾ। ਉਹ ਰੱਬ ਦੀਆਂ ਗੱਲਾਂ ਰੱਬ ਹੀ ਜਾਣਦਾ। ਉਸ ਵਾਹਿਗੁਰੂ ਦੀ ਗੱਲ ਦਾ ਕਿਸੇ ਨੂੰ ਕੋਈ ਭੇਤ ਨਹੀਂ ਆਇਆ। ਹਾਂਜੀ, ਜਿਸ ਕੇ ਬਸ ਤ੍ਰੈ ਲੋਕ ਸਦਾਈ। ਉਹ ਪ੍ਰਮਾਤਮਾ ਦੇ ਵਸ ਹੈ ਤ੍ਰਿਲੋਕੀ ਸਾਰੀ। ਇਹ ਸਾਰਾ ਸੰਸਾਰ, ਇਹ ਸਾਰੀ ਦੁਨੀਆ ਉਹਦੇ ਭਾਣੇ ਵਿੱਚ, ਉਹਦੀ ਰਜਾ ਵਿੱਚ ਹੀ ਤੁਰਦੀ ਹੈ। ਹੁਕਮੇ ਜੰਮਣ ਹੁਕਮੇ ਮਰਨਾ, ਉਹ ਪ੍ਰਮਾਤਮਾ ਦੀ ਮਰਜ਼ੀ ਹੈ। ਕਿਸੇ ਨੂੰ ਬਚਪਨ ਵਿੱਚ ਲੈ ਜਾਵੇ, ਕਿਸੇ ਨੂੰ ਜਵਾਨੀ 'ਚ ਲੈ ਜਾਵੇ, ਕਿਸੇ ਨੂੰ ਬੁਢੇਪੇ 'ਚ ਲੈ ਜਾਵੇ। ਜਿੱਦਾਂ ਉਹਦੀ ਮਰਜ਼ੀ ਹੁੰਦੀ ਹੈ ਉਹ ਵਾਹਿਗੁਰੂ ਕਰਦਾ ਹੈ। ਬਾਲਕ ਤਰਨ ਬ੍ਰਿਧ ਨਹਿ ਜਾਣੈ। ਉਹ ਪ੍ਰਮਾਤਮਾ ਇਹ ਨਹੀਂ ਦੇਖਦਾ ਇਹ ਬੱਚਾ ਹੈ, ਇਹ ਬੁੱਢਾ ਹੈ, ਇਹ ਜਵਾਨ ਹੈ। ਬਾਰੇ ਬੂਢੇ ਤਰਨੇ ਭਈਆ ਸਭ ਹੋ ਜਮ ਲੈ ਜਈ ਹੈ ਰੇ। ਉਹਨੇ ਸਵਾਸ ਦਿੱਤੇ ਹੋਏ ਨੇ
ਕਿਸੇ ਨੂੰ 100 ਸਾਲ ਦੀ ਉਮਰ ਦਿੱਤੀ ਹੈ, ਕਿਸੇ ਨੂੰ 10 ਸਾਲ ਦੀ ਦਿੱਤੀ ਹੈ, ਕਿਸੇ ਨੂੰ 20 ਸਾਲ ਦੀ ਦਿੱਤੀ ਹੈ। ਬੱਚਿਆਂ ਨੂੰ ਵੀ ਲੈ ਜਾਂਦਾ, ਜਵਾਨਾਂ ਨੂੰ ਵੀ ਲੈ ਜਾਂਦਾ, ਬੁੱਢਿਆਂ ਨੂੰ ਵੀ ਲੈ ਜਾਂਦਾ। ਉਹਦੀ ਖੇਡ ਹੀ ਐਸੀ ਹੈ। ਬਲੀ ਨੇ ਬਲੀ ਏਕ ਸਮ ਮਾਨੈ। ਭਾਵੇਂ ਕੋਈ ਕਮਜ਼ੋਰ ਹੈ ਤੇ ਭਾਵੇਂ ਕੋਈ ਤਾਕਤਵਰ ਹੈ, ਭਾਵੇਂ ਕੋਈ ਬਲੀ ਹੈ ਤੇ ਭਾਵੇਂ ਕੋਈ ਨਿਰਬਲ ਕਮਜ਼ੋਰ ਹੈ। ਕਾਲ ਭਗਵਾਨ ਦੇ ਅੱਗੇ ਕੋਈ ਜ਼ੋਰ ਨਹੀਂ। ਜ਼ੋਰ ਨਾ ਜੀਵਨ, ਮਰਨ ਦਾ ਜ਼ੋਰ। ਨਾ ਕੋਈ ਜ਼ੋਰ ਨਾਲ ਜੀ ਸਕਦਾ, ਨਾ ਕੋਈ ਜ਼ੋਰ ਨਾਲ ਮਰ ਸਕਦਾ। ਪਰਮਾਤਮਾ ਦਾ ਹੁਕਮ ਆਉਂਦਾ ਤੇ ਜੀਵ ਮਰ ਜਾਂਦਾ, ਹੁਕਮ ਆਉਂਦਾ ਜੰਮ ਪੈਂਦਾ। ਇਹ ਸਾਰੀ ਖੇਡ ਉਹਦੇ ਹੁਕਮ ਵਿੱਚ ਹੈ। ਸੋ ਕਿਵੇਂ ਮਿਟਹਿ ਦੈਵ ਗਤ ਨਿਆਰੀ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ, ਭਾਈ ਸਿੱਖੋ, ਉਸ ਵਾਹਿਗੁਰੂ ਦੀ, ਉਸ ਅਕਾਲ ਪੁਰਖ ਦੀ ਗਤੀ ਨਿਆਰੀ ਹੈ, ਉਹ ਮਿਟ ਨਹੀਂ ਸਕਦੀ। ਉਹਦਾ ਹੁਕਮ ਕਿਸੇ ਤੋਂ ਮੇਟਿਆ ਨਹੀਂ ਜਾ ਸਕਦਾ। ਹੁਕਮ ਨਾ ਜਾਈ ਮੇਟਿਆ, ਜੋ ਲਿਖਿਆ ਸੋ ਨਾਲ। ਜੋ ਵਾਹਿਗੁਰੂ ਨੇ ਲਿਖਿਆ ਮੱਥੇ 'ਤੇ, ਉਹ ਸਾਡੇ ਨਾਲ ਹੀ ਹੈ, ਪਰ ਉਹਦੇ ਨਾਲ ਸਾਰਿਆਂ ਨੂੰ ਤੁਰਨਾ ਪੈਂਦਾ ਹੈ। ਰਾਗ ਦੁਆਖ ਨਹਿ ਕਿਹ ਸੋਤ ਹਰੀ। ਅਤੇ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਹਨ, ਉਹ ਇਹ ਸਮਝ ਕੇ ਵੀ ਭਾਣੇ ਵਿੱਚ ਹੀ ਇਹ ਸੰਸਾਰ ਬਣਿਆ ਹੈ, ਭਾਣੇ ਵਿੱਚ ਹੀ ਚੱਲ ਰਿਹਾ ਹੈ ਅਤੇ ਭਾਣੇ ਵਿੱਚ ਹੀ ਮਰਨਾ ਹੈ। ਉਹ ਕਿਸੇ ਚੀਜ਼ ਨਾਲ ਰਾਗ ਦਵੈਸ਼ ਨਹੀਂ ਕਰਦੇ। ਰਾਗ ਨਾਮ ਹੈ ਲਗਾਓ ਦਾ, ਅਟੈਚਮੈਂਟ ਦਾ। ਰਾਗ ਦਾ ਅਰਥ ਹੈ ਅਟੈਚਮੈਂਟ, ਅਤੇ ਦਵੈਸ਼ ਦਾ ਮਤਲਬ ਹੈ ਵੀ ਕਿਸੇ ਨਾਲ ਹੇਟ ਕਰਨੀ, ਨਫ਼ਰਤ ਕਰਨੀ, ਦੂਰ ਹੋਣਾ। ਇਹ ਦੋਵੇਂ ਚੀਜ਼ਾਂ ਤੋਂ ਬ੍ਰਹਮ ਗਿਆਨੀ ਨਿਆਰਾ ਰਹਿੰਦਾ। ਨਾ ਤਾਂ ਕਿਸੇ ਦੇ ਨਾਲ ਉਹ ਅਟੈਚਮੈਂਟ ਰੱਖਦਾ ਅਤੇ ਨਾ ਕਿਸੇ ਨਾਲ ਨਫ਼ਰਤ ਕਰਦਾ ਹੈ। ਹਾਂਜੀ, ਤਿਸ ਕੋ ਜਾਨ ਸ਼ੋਕ ਕਿਆ ਧਰੀ ਹੈ। ਉਹ ਕਹਿੰਦਾ ਜੋ ਵਾਹਿਗੁਰੂ ਦਾ ਹੁਕਮ ਹੈ, ਜੇ ਹੁਕਮ 'ਚ ਜਨਮ ਹੋਣਾ ਸੀ ਹੋ ਗਿਆ, ਜੇ ਹੁਕਮ 'ਚ ਮੌਤ ਹੋਣੀ ਸੀ ਹੋ ਗਈ, ਕਾਹਦਾ ਸ਼ੋਕ ਕਰਨਾ। ਇਹ ਉਹਦੀ ਖੇਡ ਹੈ, ਉਹਦੀ ਫਸਲ ਹੈ, ਜਦੋਂ ਮਰਜ਼ੀ ਵੱਢ ਲਵੇ। ਬੁੱਧ ਅਰ ਬਲ ਕਰ ਜੇ ਨਾ ਪ੍ਰਹਰੀ ਹੈ। ਕਹਿੰਦੇ ਜਿਹੜਾ ਭਾਣਾ ਕਿਸੇ ਤੋਂ ਕਿਸੇ ਤਰ੍ਹਾਂ ਵੀ ਮਿਟਿਆ ਜਾਣਾ ਹੀ ਨਹੀਂ। ਹੁਕਮ ਨਾ ਜਾਈ ਮੇਟਿਆ, ਉਹ ਮਿਟਣਾ ਥੋੜ੍ਹਾ। ਨਾ ਤਾਂ ਕਿਸੇ ਦਾ ਜ਼ੋਰ ਲਾਇਆ ਮਿਟਣਾ, ਨਾ ਬੁੱਧੀ ਦੇ ਬਲ ਨਾਲ ਮਿਟਣਾ। ਇੱਕ ਸਰੀਰ ਦਾ ਬਲ ਹੁੰਦਾ, ਇੱਕ ਬੁੱਧੀ ਦਾ ਬਲ ਹੁੰਦਾ। ਬੁੱਧੀ ਦੇ ਬਲ ਨਾਲ ਕਈ ਲੋਕ ਸੋਚਦੇ ਆ ਵੀ ਅਸੀਂ ਮੌਤ ਨੂੰ ਟਾਲ ਦਈਏ। ਇਹੋ ਜਿਹੇ ਵੀ ਲੋਕ ਹੋਏ ਨੇ। ਇੱਕ ਯੂਨਾਨ ਵਿੱਚ ਹੋਇਆ ਅਫਲਾਤੂਨ। ਉਹ ਬਹੁਤ ਬੁੱਧੀਮਾਨ ਹੋਇਆ, ਸਿਆਣਾ ਹੋਇਆ। ਸੁਕਰਾਤ, ਪਲੋਟੋ, ਅਫਲਾਤੂ, ਇਹ ਯੂਨਾਨ ਦੇ ਵੱਡੇ ਹਕੀਮ ਹੋਏ ਨੇ, ਵੱਡੇ ਵਿਦਵਾਨ ਹੋਏ ਨੇ, ਸਿਆਣੇ ਫਿਲਾਸਫਰ। ਬਹੁਤ ਵਿੱਦਿਆ ਇਹਨਾਂ ਨੂੰ ਆਉਂਦੀ ਸੀ। ਕਹਿੰਦੇ ਨੇ ਅਫਲਾਤੂ ਨੂੰ ਪਤਾ ਲੱਗ ਗਿਆ ਵੀ ਫਲਾਣੇ ਦਿਨ ਮੌਤ ਹੋਣੀ, ਫਲਾਣੇ ਦਿਨ ਮੈਂ ਮਰ ਜਾਣਾ, ਜਮਦੂਤ ਆਉਣਗੇ ਮੈਨੂੰ ਲੈ ਜਾਣਗੇ। ਉਹਨੇ ਸੋਚਿਆ ਵੀ ਮੈਂ ਜਮਦੂਤਾਂ ਨੂੰ ਚਕਮਾ ਦੇ ਦਿਆਂ, ਧੋਖਾ ਦੇ ਦਿਆਂ। ਆਪਣੇ ਵਰਗੇ ਹਜ਼ਾਰਾਂ ਹੀ ਬੰਦੇ ਬਣਾ ਲਏ, ਆਪਣੀ ਸ਼ਕਤੀ ਨਾਲ, ਆਪਣੀ ਬੁੱਧੀ ਨਾਲ, ਆਪਣੇ ਵਰਗੇ ਸਰੀਰ, ਆਪਣੀਆਂ ਵਰਗੀਆਂ ਸ਼ਕਲਾਂ, ਬਿਲਕੁਲ ਸੇਮ ਟੂ ਸੇਮ ਕਾਪੀ ਕਰਤੇ ਹਜ਼ਾਰਾਂ ਬੰਦੇ। ਜਦੋਂ ਜਮਦੂਤ ਆਏ ਨਾ ਲੈਣ ਵਾਸਤੇ, ਉਹ ਵਿਚਾਰੇ ਪਜਲ ਹੋ ਗਏ ਬਈ ਅਸੀਂ ਜਿਹੜੇ ਬੰਦੇ ਨੂੰ ਲੈਣ ਆਏ ਸੀ ਉਹਦੇ ਵਰਗੇ ਤਾਂ ਕਿੰਨੇ ਹੀ ਫਿਰਦੇ ਨੇ, ਕਿਹਨੂੰ ਲੈ ਕੇ ਜਾਈਏ। ਉਹ ਵਾਪਸ ਚਲੇ ਗਏ। ਧਰਮਰਾਜ ਨੂੰ ਜਾ ਕੇ ਕਹਿਣ ਲੱਗੇ, ਜੀ ਜਿਹੜੇ ਬੰਦੇ ਨੂੰ ਲੈਣ ਤੁਸੀਂ ਭੇਜਿਆ ਸੀ ਉਹਦੇ ਵਰਗੇ ਤੇ ਹਜ਼ਾਰਾਂ ਫਿਰਦੇ ਆ, ਕਿਹਨੂੰ ਲੈ ਕੇ ਆਈਏ, ਪਛਾਣ ਕਿਵੇਂ ਕਰੀਏ। ਧਰਮਰਾਜ ਕਹਿਣ ਲੱਗਾ, ਮੈਂ ਤਰੀਕਾ ਦੱਸਦਾ, ਪਛਾਣ ਆ ਜਾਏਗੀ। ਉਹ ਕਹਿੰਦੇ ਜੀ ਦੱਸੋ। ਕਹਿੰਦੇ ਜਿੱਥੇ ਉਹ ਬੰਦੇ ਫਿਰਦੇ ਆ ਨਾ ਇੱਕੋ ਜਿਹੀ ਸ਼ਕਲਾਂ ਵਾਲੇ, ਤੁਸੀਂ ਜਾ ਕੇ ਉਹਨਾਂ ਦੀ ਤਾਰੀਫ ਕਰੋ, ਬਹੁਤ ਵਡਿਆਈ ਕਰੋ। ਤੁਸੀਂ ਕਹਿਣਾ ਬਈ ਵਾਹ 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 ਵਾਹ, ਕਿੰਨੀਆਂ ਸੋਹਣੀਆਂ ਸ਼ਕਲਾਂ, ਇੱਕੋ ਜਿਹੇ ਬੰਦੇ, ਇੱਕੋ ਜਿਹਾ ਰੂਪ, ਇੱਕੋ ਜਿਹਾ ਰੰਗ, ਇੱਕੋ ਜਿਹੀਆਂ ਅੱਖਾਂ, ਇੱਕੋ ਜਿਹੇ ਕੰਨ, ਇੱਕੋ ਜਿਹੀ ਸਾਰੀ ਬਾਡੀ। ਕਮਾਲ ਹੈ ਬਈ।
ਬਣਾਉਣ ਵਾਲੇ ਨੇ ਕਮਾਲ ਕਰਤੀ ਕਹਿੰਦੇ, ਪਰ ਥੋੜਾ ਜਿਹਾ ਨੁਕਸ ਰਹਿ ਗਿਆ। ਨੱਕ ਥੋੜਾ ਜਿਹਾ ਵਿੰਗਾ ਹੈ। ਜਦੋਂ ਤੁਸੀਂ ਕਹੋਗੇ ਵੀ ਨੱਕ ਥੋੜਾ ਜਿਹਾ ਵਿੰਗਾ ਹੈ, ਜਿਹੜਾ ਅਸਲੀ ਹੋਵੇਗਾ ਵਿੱਚ ਉਹ ਬੋਲ ਪਏਗਾ ਕਿੱਥੋਂ ਨੱਕ ਵਿੰਗਾ ਹੈ। ਤੁਸੀਂ ਉਹਨੂੰ ਲੈ ਆਇਆ ਜੇ। ਜਮਦੂਤ ਆਏ, ਆ ਕੇ ਕਹਿੰਦੇ ਵਾਹ ਜੀ ਵਾਹ, ਕਿੰਨੀਆਂ ਸੋਹਣੀਆਂ ਸ਼ਕਲਾਂ, ਕਿੰਨੇ ਇੱਕੋ ਜਿਹੇ ਬਣਾਏ ਨੇ ਬਣਾਉਣ ਵਾਲੇ, ਕਾਰੀਗਰ ਤੋਂ ਵੀ ਕੁਰਬਾਨ ਜਾਈਏ। ਕਹਿੰਦੇ ਵਾਰੇ ਵਾਰੇ ਜਾਈਏ, ਇਹੋ ਜਿਹਾ ਮਿਸਤਰੀ ਸਾਰੇ ਇੱਕੋ ਜਿਹੇ ਬਣਾਏ, ਬਸ ਥੋੜਾ ਹੀ ਨੁਕਸ ਰਹਿ ਗਿਆ, ਜਿਹੜਾ ਨੱਕ ਥੋੜਾ ਜਿਹਾ ਵਿੰਗਾ, ਬਾਕੀ ਸਭ ਠੀਕ। ਉਹ ਜਿਹੜਾ ਅਸਲ ਸੀ ਨਾ ਅਫਲਾਤੂ, ਉਹ ਵਿੱਚੇ ਸੁਣ ਰਿਹਾ ਸੀ। ਉਹ ਕਹਿੰਦਾ ਕਿੱਥੋਂ ਨੱਕ ਵਿੰਗਾ? ਉਹ ਕਹਿੰਦੇ ਬਸ ਆ ਜਾ ਤੂੰ, ਨੱਕ ਵਿੰਗਾ ਟੇਢਾ ਅਸੀਂ ਨਹੀਂ ਦੇਖਣਾ, ਤੇ ਤੈਨੂੰ ਲੱਭਦੇ ਫਿਰਦੇ ਸੀ, ਚੱਲ ਅੱਗੇ। ਤੋ ਮਹਾਰਾਜ ਬਾਣੀ 'ਚ ਲਿਖ ਦਿੱਤਾ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਬੰਦੇ ਕੋਲ ਹਜ਼ਾਰਾਂ ਸਿਆਣਪਾਂ ਹੋਣ, ਲੱਖਾਂ ਸਿਆਣਪਾਂ ਹੋਣ, ਉਸ ਕਾਲ ਦੇ ਅੱਗੇ ਨਹੀਂ ਚੱਲਦੀ ਕੋਈ। ਮੌਤ ਅੱਗੇ ਕੋਈ ਸਿਆਣਪ ਨਹੀਂ ਚੱਲਦੀ। ਕੋਈ ਵੈਦਿਕ, ਕੋਈ ਡਾਕਟਰ, ਕੋਈ ਹਕੀਮ ਕੁਛ ਨਹੀਂ ਕਰ ਸਕਦੇ। ਜਦੋਂ ਕਾਲ ਆ ਜਾਂਦਾ ਉਦੋਂ ਸਭ ਨੂੰ ਜਾਣਾ ਪੈਂਦਾ ਹੈ। ਦੁਖੀ ਨਾਨਕੀ ਅਧਿਕ ਸਬਨ ਤੇ। ਸਾਧ ਸੰਗਤ ਜੀ, ਮਾਤਾ ਨਾਨਕੀ ਜੀ ਬੜੇ ਦੁਖੀ ਹਨ। ਸਭ ਤੋਂ ਜ਼ਿਆਦਾ ਤੇ ਮਾਂ ਨੂੰ ਦੁੱਖ ਹੈ। ਜਿਸ ਦੀ ਕੁੱਖ ਤੋਂ ਜਨਮ ਲਿਆ ਹੋਵੇ ਬੱਚੇ ਨੇ, ਉਸ ਮਾਂ ਦੀਆਂ ਆਂਦਰਾਂ ਨੂੰ ਫਿਰ ਚੀਰ ਪੈਂਦੇ ਹਨ। ਦਾਤਰੀ ਫਿਰਦੀ ਹੈ ਜਦੋਂ ਮਾਂ ਦਾ ਪੁੱਤਰ ਚਲਾ ਜਾਵੇ। ਮਾਂ ਗਵਾਚਿਆਂ ਪੁੱਤ ਜਗ ਨਹੀਂ ਭਾਵਦਾ। ਮਾਂ ਦਾ ਪੁੱਤਰ ਗਵਾਚ ਗਿਆ ਤੇ ਮਾਂ ਨੂੰ ਜਗ ਨਹੀਂ ਚੰਗਾ ਲੱਗਦਾ ਫਿਰ। ਹਾਂਜੀ, ਪਿਆਰੋ ਪਰਮ ਪੁੱਤਰ ਗੁਣ ਭਨ ਤੇ। ਪਿਆਰੇ ਪੁੱਤਰ ਦੇ ਗੁਣ ਸੁਣ ਸੁਣ ਕੇ ਮਾਂ ਰੋਂਦੀ ਹੈ। ਪ੍ਰਤਿਪਾਰਤ ਨਿਤ ਹੇਰਤ ਰਹਿ। ਧੰਨ ਮਾਤਾ ਨਾਨਕੀ ਜੀ ਨੇ ਜਨਮ ਦਿੱਤਾ ਸੀ, ਪਾਲਿਆ ਸੀ, ਤੇ ਹਰ ਵੇਲੇ ਆਪਣੇ ਪਿਆਰੇ ਪੁੱਤਰ ਨੂੰ ਆਪਣੀ ਅੱਖਾਂ ਦੇ ਸਾਹਮਣੇ ਦੇਖਦੀ ਰਹਿੰਦੀ ਸੀ। ਕਰਤ ਦੁਲਾਰ ਮੋਦ ਕੋ ਲਹੈ। ਬੜਾ ਲਾਡ ਪਿਆਰ ਕਰਦੀ ਸੀ ਬਾਬੇ ਟਲ ਰਾਏ ਨੂੰ। ਮਾਤਾ ਨਾਨਕੀ ਦੇ 3 ਪੁੱਤਰ ਸਨ। ਬਾਬਾ ਅਣੀ ਰਾਏ ਵੱਡੇ ਸਨ, ਬਾਬਾ ਅਟਲ ਰਾਏ ਮਝਲੇ ਸਨ ਵਿਚਕਾਰਲੇ, ਤੇ ਗੁਰੂ ਤੇਗ ਬਹਾਦਰ ਸਾਰਿਆਂ ਤੋਂ ਛੋਟੇ ਸੀ। ਇਹ 3 ਪੁੱਤਰ ਮਾਤਾ ਨਾਨਕੀ ਦੇ ਉਧਰ ਤੋਂ ਹੋਏ। ਮਾਤਾ ਨਾਨਕੀ ਜੀ ਆਪਣੇ ਪੁੱਤਰ ਅਟਲ ਰਾਏ ਦੀ ਮੌਤ ਤੇ ਬਹੁਤ ਜ਼ਿਆਦਾ ਦੁਖੀ ਹੈ। ਬਹੁਤ ਦੁਖ ਪਾਏ ਰੁਤਤ ਬਿਰਲਪ ਹੈ। ਜਦੋਂ ਪੁੱਤਰ ਦੀ ਯਾਦ ਆਉਂਦੀ ਹੈ, ਗਲ ਭਰ ਜਾਂਦਾ, ਅੱਖਾਂ 'ਚ ਹੰਝੂ ਆ ਜਾਂਦੇ ਨੇ, ਤੇ ਰੋਣਾ ਰੁਕਦਾ ਨਹੀਂ। ਸਭ ਤ੍ਰਿਯ ਮਹਿ ਗੁਣ ਸਿਮਰ ਕਲਪ ਹੈ। ਜਦੋਂ ਆਪਣੀਆਂ 7 ਸਹੇਲੀਆਂ ਵਿੱਚ, ਬੀਬੀਆਂ ਵਿੱਚ ਬੈਠਦੀ ਹੈ, ਅਫਸੋਸ ਕਰਨ ਆਉਂਦੀਆਂ ਨੇ ਸ਼ਹਿਰ ਦੀਆਂ ਬੀਬੀਆਂ, ਤਾਂ ਮਾਤਾ ਬਹੁਤ ਦੁਖੀ ਹੁੰਦੀ, ਬੈਰਾਗ ਵਿੱਚ ਆ ਜਾਂਦੀ ਹੈ। ਸਭ ਦਮੋਦਰੀ ਆਦਿਕ ਜੇਈ। ਮਾਤਾ ਦਮੋਦਰੀ ਜੀ, ਮਾਤਾ ਮਾਂ ਦੇਵੀ ਜੀ, ਕਹਿ ਕਹਿ ਧੀਰ ਦੇਤ ਬਹੁਤੇਈ। ਅਤੇ ਹੋਰ ਸਿਆਣੀਆਂ ਬੀਬੀਆਂ ਕਹਿ ਕਹਿ ਕੇ ਹੌਸਲਾ ਦਿੰਦੀਆਂ ਨਾਨਕੀ ਜੀ ਨੂੰ ਕਿ ਤੁਸੀਂ ਹੌਸਲਾ ਰੱਖੋ, ਧੀਰਜ ਰੱਖੋ। ਵਾਹਿਗੁਰੂ ਦਾ ਭਾਣਾ ਹੀ ਐਵੇਂ ਸੀ, ਹੁਕਮ ਨਾ ਜਾਈ ਮੇਟਿਆ, ਇਹ ਕਿਸੇ ਤੋਂ ਮੇਟਿਆ ਨਹੀਂ ਜਾ ਸਕਦਾ। ਤਉ ਸਨੇਹ ਮਹਾ ਦੁਖਵੰਤੀ। ਭਾਵੇਂ ਸਮਝਾਉਣ ਵਾਲੇ ਸਮਝਾਉਂਦੇ ਹਨ, ਪਰ ਮਾਂ ਦੀਆਂ ਆਂਦਰਾਂ ਨੂੰ ਕਿੱਥੇ ਸਬਰ ਆਉਂਦਾ, ਫਿਰ ਰੋਣ ਲੱਗ ਜਾਂਦੀ ਹੈ। ਸੁਤ ਕੋ ਸਿਮਰਤ ਸ਼ੋਕ ਵਧੰਤੀ। ਪੁੱਤਰ ਨੂੰ ਯਾਦ ਕਰਕੇ ਸ਼ੋਕ ਵੱਧ ਜਾਂਦਾ ਹੈ। ਜਿਸ ਮਹਿ ਸਤਿਗੁਰ ਸੁਨ ਸੁਧ ਸਾਰੀ। ਜਦੋਂ ਮਹਾਰਾਜ ਨੂੰ ਪਤਾ ਲੱਗਾ ਵੀ ਨਾਨਕੀ ਬਹੁਤ ਬਿਰਲਾਪ ਕਰਦੀ ਹੈ, ਬਹੁਤ ਦੁਖੀ ਹੈ, ਹਿਤ ਧੀਰਜ ਕੇ ਗਿਰਾ ਉਚਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਜਾ ਕੇ ਕਹਿਣ ਲੱਗੇ, ਨਾਨਕੀ ਜੀ ਪਰਮੇਸ਼ਰ ਦਾ ਭਾਣਾ ਹੈ, ਭਾਣਾ ਮੰਨਣ ਵਾਲੇ ਨੂੰ ਹੀ ਸੁੱਖ ਮਿਲਦਾ ਹੈ। ਜੇ ਅਸੀਂ ਇੱਦਾਂ ਰੋਵਾਂਗੇ, ਕਰਲਾਵਾਂਗੇ, ਤਾਂ ਦੁੱਖ ਹੀ ਵਧੇਗਾ, ਇਹ ਦੁੱਖ ਹੋਰ ਪੀੜ ਦੇਵੇਗਾ। ਤੇ ਇਸ ਕਰਕੇ ਭਾਣਾ ਮੰਨਣ ਦੀ ਜਾਚ ਸਿੱਖੋ। ਹੇ ਸੁਮਤੇ ਨਹਿ ਸੰਕਟ ਪਾਵਹੋ। 6ਵੇਂ ਪਾਤਸ਼ਾਹ ਆਪਣੇ ਧਰਮ ਪਤਨੀ ਮਾਤਾ ਨਾਨਕੀ ਜੀ ਨੂੰ ਸਮਝਾਉਂਦੇ ਨੇ, ਹੇ ਸੁਮਤਵੰਤੀ, ਹੇ ਸੁਗੜ ਸੁਜਾਨ ਨਾਨਕੀ, ਧੀਰਜ ਰੱਖ। ਹੋਤੀ ਇਸੀ ਬਿਦ ਨਹਿ ਪਛਤਾਵਹੋ। ਹੋਣਾ ਹੀ ਇੱਦਾਂ ਸੀ, ਲਿਖਿਆ ਹੀ ਇੱਦਾਂ ਸੀ।
ਵਾਹਿਗੁਰੂ ਨੇ ਜਿਵੇਂ ਲਿਖਿਆ ਉਵੇਂ ਹੀ ਹੋਣਾ। ਇਹ ਸਾਨੂੰ ਲੱਗਦਾ ਵੀ ਇਹ ਗਲਤ ਕੰਮ ਹੋ ਗਿਆ, ਪਰ ਵਾਹਿਗੁਰੂ ਨੂੰ ਪਤਾ ਸੀ ਨਾ, ਜੋ ਉਹਨੇ ਬਣਾਈ ਹੋਈ ਹੈ ਵਿਧੀ ਇਸ ਸੰਸਾਰ ਦੀ, ਇਹ ਸੰਸਾਰ ਅਨਾਦਿ ਕਾਲ ਤੋਂ ਚੱਲਿਆ ਆ ਰਿਹਾ ਤੇ ਇੱਦਾਂ ਹੀ ਚੱਲਦਾ ਰਹਿਣਾ, ਭਾਣੇ ਵਿੱਚ ਚੱਲਣਾ। ਤੂੰ ਇਹਦਾ ਦੁੱਖ ਨਾ ਮਨਾ, ਜੋ ਹੋਣਾ ਸੀ ਸੋ ਹੋਇਆ ਹੈ। ਜਥਾ ਪ੍ਰਤਾਪ ਜੀਅਤ ਕੋ ਹੋਤ। ਜਿਵੇਂ ਤੇਰੇ ਪੁੱਤਰ ਦੇ ਜਿਉਂਦਿਆਂ ਉਹਦਾ ਪ੍ਰਤਾਪ ਸੀ, ਜੈ ਜੈਕਾਰ ਹੁੰਦੀ ਸੀ ਬਾਬੇ ਅਟਲ ਰਾਏ ਦੀ। ਜਿਹੜੀ ਗਲੀ 'ਚੋਂ ਲੰਘ ਜਾਂਦੇ ਸੀ, ਸੰਗਤਾਂ ਹੱਥ ਜੋੜ ਜੋੜ ਕੇ ਖੜੀਆਂ ਮੱਥਾ ਟੇਕਦੀਆਂ ਸਨ। ਜਿੰਨਾ ਪ੍ਰਤਾਪ ਤੇਰੇ ਪੁੱਤਰ ਦੇ ਜਿਉਂਦਿਆਂ ਸੀ, ਤਿਸ ਤੇ ਅਭੈ ਵਿਸਾਲ ਉਦੋਤ। ਉਹਦੇ ਨਾਲੋਂ ਵੀ ਹੁਣ ਦੁੱਗਣਾ ਚੌਗਣਾ ਵਧੇਗਾ। ਤੇਰੇ ਪੁੱਤਰ ਦਾ ਨਿਸ਼ਾਨ ਸਭ ਤੋਂ ਉੱਚਾ ਹੋਵੇਗਾ। ਹਜ਼ਾਰਾਂ ਸੰਗਤਾਂ ਉਹਦੇ ਦਰਬਾਰ 'ਚ ਮੱਥਾ ਟੇਕਿਆ ਕਰਨਗੀਆਂ ਤੇ ਤੇਰੇ ਪੁੱਤਰ ਦੇ ਦਰਬਾਰ 'ਚ ਪੱਕੀਆਂ ਪਕਾਈਆਂ ਰੋਟੀਆਂ ਆਉਣਗੀਆਂ। ਬਾਬਾ ਅਟਲ ਪੱਕੀ ਪਕਾਈ ਘੱਲ, ਇਹ ਮਹਿਮਾ ਤੇਰੇ ਪੁੱਤਰ ਦੀ ਹੋਵੇਗੀ। ਲੰਗਰ ਪੱਕਿਆ ਪਕਾਇਆ ਆਇਆ ਕਰੇਗਾ। ਅਟਲ ਰਾਏ ਹੈ ਅਟਲ ਸਦਾਈ। ਮਹਾਰਾਜ ਕਹਿੰਦੇ ਨਾਨਕੀ, ਅਟਲ ਰਾਏ ਸਦਾ ਹੀ ਅਟਲ ਹੈ, ਉਹਨੇ ਟਲਣਾ ਨਹੀਂ, ਉਹਨੇ ਖਤਮ ਨਹੀਂ ਹੋਣਾ। ਸਾਧ ਸੰਗਤ ਜੀ, ਇਹਨਾਂ 400 ਸਾਲਾਂ ਵਿੱਚ ਅਰਬਾਂ ਖਰਬਾਂ ਲੋਕ ਜੰਮੇ ਤੇ ਮਰ ਗਏ, ਪਰ ਬਾਬੇ ਅਟਲ ਦਾ ਨਾਮ ਸਦਾ ਹੀ ਚਮਕਦਾ ਰਹਿਣਾ। ਉਹਨਾਂ ਦੀ ਕਮਾਈ ਹੈ, ਉਹਨਾਂ ਦੀ ਬੰਦਗੀ ਹੈ। ਜੋ ਪਿਛਲੇ ਜਨਮਾਂ 'ਚ ਭਗਤੀ ਕੀਤੀ ਤਾਂ ਗੁਰੂ ਦੇ ਘਰ ਜਨਮ ਹੋਇਆ, ਗੁਰੂ ਦੇ ਪੁੱਤਰ ਬਣੇ। 9 ਸਾਲਾਂ ਦੀ ਉਮਰ ਵਿੱਚ ਹੀ ਬੜੀਆਂ ਮਹਾਨ ਖੇਡਾਂ ਖੇਡ ਗਏ। ਜਿਹੜੇ ਮੁਰਦਿਆਂ ਨੂੰ ਜਿੰਦਾ ਕਰ ਸਕਦੇ, ਉਹਨਾਂ 'ਚ ਹੋਰ ਕਿਹੜੀ ਕਮੀ ਹੋਣੀ ਹੈ। ਸਾਰੀਆਂ ਤਾਕਤਾਂ ਦੇ ਮਾਲਕ ਸਨ। ਦਿਨ ਪ੍ਰਤ ਵਧੈ ਅਧਿਕ ਵਡਿਆਈ। ਮਹਾਰਾਜ ਕਹਿੰਦੇ ਨਾਨਕੀ, ਤੇਰੇ ਪੁੱਤਰ ਦੀ ਵਡਿਆਈ ਦਿਨੋਂ ਦਿਨ ਵੱਧਦੀ ਜਾਏਗੀ, ਵੱਧਦੀ ਜਾਏਗੀ। ਇਤਿਆਦਿਕ ਕਹਿ ਬਹੁ ਸਮਝਾਈ। ਇਸ ਪ੍ਰਕਾਰ ਕਹਿ ਕਹਿ ਕੇ ਗੁਰੂ ਜੀ ਨੇ ਬਹੁਤ ਸਮਝਾਇਆ। 6ਵੇਂ ਪਾਤਸ਼ਾਹ ਜੀ ਨੇ ਆਪਣੇ ਧਰਮ ਪਤਨੀ ਮਾਤਾ ਨਾਨਕੀ ਜੀ ਨੂੰ ਸੰਬੰਧਨ ਕਹਿ ਸੁਧ ਪਹੁੰਚਾਈ। ਤੇ ਜਿੰਨੇ ਰਿਸ਼ਤੇਦਾਰ ਸਨ, ਸਾਰਿਆਂ ਸੰਬੰਧੀਆਂ ਨੂੰ ਇਸ ਖਬਰ ਦੇ ਬਾਰੇ ਸੂਚਿਤ ਕੀਤਾ। ਬੰਦਾ ਭੇਜ ਦਿੱਤਾ। ਅੱਜ ਕੱਲ੍ਹ ਤਾਂ ਟੈਲੀਫੋਨ ਤੇ ਮਿੰਟ 'ਚ ਪਤਾ ਲੱਗ ਜਾਂਦਾ ਹੈ। ਉਦੋਂ ਬੰਦੇ ਭੇਜਣੇ ਪੈਂਦੇ ਸਨ, ਸੁਨੇਹਾ ਭੇਜਣਾ ਪੈਂਦਾ ਸੀ, ਚਿੱਠੀਆਂ ਪਾਉਂਦੇ ਸੀ। ਕੋਈ ਖੁਸ਼ੀ ਹੋਵੇ, ਕੋਈ ਗਮੀ ਹੋਵੇ, ਚਿੱਠੀ ਪੱਤਰ ਰਾਹੀਂ ਹੀ ਸੁਨੇਹਾ ਪਹੁੰਚਦਾ ਸੀ। ਮਹਾਰਾਜ ਨੇ ਸਾਰੇ ਰਿਸ਼ਤੇਦਾਰਾਂ ਨੂੰ, ਸੰਬੰਧੀਆਂ ਨੂੰ, ਸੰਗਤਾਂ ਨੂੰ ਦੱਸ ਦਿੱਤਾ। ਸਹਿਤ ਭਰ ਜਾਤੇ ਹਣ ਆਏ। ਸਾਧ ਸੰਗਤ ਜੀ, ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਪੋਤਰੇ ਪੜਪੋਤਰੇ, ਬਹੁਤ ਵੱਡਾ ਪਰਿਵਾਰ ਹੈ। ਗੁਰੂ ਮਹਾਰਾਜ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦਾ। ਮਹਾਰਾਜ ਦੇ 2 ਪੁੱਤਰ ਸੀ, ਬਾਬਾ ਦਾਸੂ ਜੀ, ਬਾਬਾ ਦਾਤੂ ਜੀ। ਅੱਗੇ ਉਹਨਾਂ ਦੇ ਪੋਤੇ ਪੋਤੇ ਪੜੋਤੇ, ਉਹਨਾਂ ਨੂੰ ਪਤਾ ਲੱਗਾ ਬਈ ਗੁਰੂ ਮਹਾਰਾਜ ਦੇ ਪੁੱਤਰ ਬਾਬਾ ਅਟਲ ਰਾਏ ਜੀ ਚਲਾਣਾ ਕਰ ਗਏ ਨੇ। ਖਡੂਰ ਸਾਹਿਬ ਤੋਂ 63 ਸਾਹਿਬਜ਼ਾਦੇ ਆਪਣੀਆਂ ਪਤਨੀਆਂ ਸਮੇਤ ਆਏ, ਪਰਿਵਾਰ ਸਮੇਤ ਆਏ। ਅਫਸੋਸ ਦਾ ਸਮਾਂ, ਦੁੱਖ ਦੀ ਘੜੀ ਹੈ। ਗੁਰੂ ਘਰ ਤੇ ਬੜੀ ਵੱਡੀ ਘੜੀ ਦੁੱਖ ਦੀ ਆਈ। ਸਤਿਗੁਰਾਂ ਦਾ ਬੱਚਾ, ਸਤਿਗੁਰਾਂ ਦਾ ਪੁੱਤਰ ਚੜ੍ਹਾਈ ਕਰ ਜਾਵੇ, ਦੁੱਖ ਦੀ ਖਬਰ। ਇਸ ਕਰਕੇ ਸਾਰੇ ਗੁਰੂ ਅੰਗਦ ਦੇਵ ਜੀ ਦੇ ਪੋਤੇ ਪੜੋਤੇ ਆਏ ਹਨ। ਗੋਇੰਦਵਾਲ ਜਿਤੇ ਸਮੁਦਾਏ। ਸ੍ਰੀ ਗੋਇੰਦਵਾਲ ਸਾਹਿਬ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਦੇ ਪੜ ਪੋਤਰੇ, ਉਹਨਾਂ ਦੇ ਵੀ ਗਾਂ ਜਿਹੜੇ ਪੁੱਤਰ ਪੋਤਰੇ ਹਨ, ਉਹ ਵੀ ਆਪਣੀਆਂ ਪਤਨੀਆਂ ਸਮੇਤ ਆਏ ਹਨ। ਆਏ ਨਾਰਾਇਣ ਦਾਸ ਸਦਾਰਾ। ਗੁਰੂ ਹਰਗੋਬਿੰਦ ਸਾਹਿਬ ਦੇ ਸਹੁਰਾ ਸਾਹਿਬ ਮਾਤਾ ਦਮੋਦਰੀ ਜੀ ਦੇ ਪਿਤਾ ਜੀ ਬਾਬਾ ਨਰਾਇਣ ਦਾਸ ਜੀ ਡੱਲੇ ਤੋਂ ਆਏ ਹਨ। ਸ੍ਰੀ ਸੁਲਤਾਨਪੁਰ ਦੇ ਲਾਗੇ ਪਿੰਡ ਡੱਲਾ ਹੈ। ਇੱਥੋਂ ਦੇ ਬ੍ਰਹਮ ਗਿਆਨੀ ਭਾਈ ਪਾਰੋ ਜੀ ਹੋਏ ਨੇ, ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਦੇ ਸਮੇਂ ਦੇ ਸਿੱਖ। ਉਹਨਾਂ ਦੇ ਪੋਤਰੇ ਸਨ ਬਾਬਾ ਨਰਾਇਣ ਦਾਸ ਜੀ, ਜਿਨ੍ਹਾਂ ਦੀ ਬੇਟੀ ਮਾਤਾ ਦਮੋਦਰੀ ਨਾਲ ਸਤਿਗੁਰੂ 6ਵੇਂ ਪਾਤਸ਼ਾਹ ਜੀ ਦਾ ਵਿਆਹ ਹੋਇਆ ਸੀ। ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਦੋਹਤੇ ਯਾਨੀ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਦਾ ਇੰਤਕਾਲ ਹੋ ਗਿਆ, ਜੋਤੀ ਜੋਤ ਸਮਾ ਗਏ ਨੇ। ਤਾਂ
ਬਾਬਾ ਨਰੈਣ ਦਾਸ ਜੀ ਆਪਣੀ ਧਰਮ ਪਤਨੀ ਸਮੇਤ ਡੱਲਿਓਂ ਆਏ ਹਨ। ਤ੍ਰਿਆ ਸਹਿਤ ਮਿਲ ਆਇਓ ਦੁਆਰਾ। ਤੇ ਭਾਈ ਦੁਆਰਾ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਦੂਸਰੇ ਸਹੁਰੇ ਸਨ, ਜਾਨੀ ਕਿ ਮਾਤਾ ਮਹਾਂਦੇਵੀ ਦੇ ਪਿਤਾ ਜੀ। 3 ਮਹਿਲ ਸਨ ਗੁਰੂ ਜੀ ਦੇ, ਮਾਤਾ ਦਮੋਦਰੀ ਜੀ, ਮਾਤਾ ਮਹਾਂਦੇਵੀ ਜੀ, ਮਾਤਾ ਨਾਨਕੀ ਜੀ। ਮਾਤਾ ਨਾਨਕੀ ਦੇ ਪੇਕੇ ਤਾਂ ਬਾਬਾ ਹਰੀਚੰਦ ਜੀ ਅੰਮ੍ਰਿਤਸਰ ਹੀ ਰਹਿੰਦੇ ਸਨ, ਤੇ ਮਾਤਾ ਮਹਾਂਦੇਵੀ ਦੇ ਪਿਤਾ ਜੀ ਪਾਕਿਸਤਾਨ ਵਿੱਚ ਮੰਡਿਆਲੀ ਉੱਥੋਂ ਦੇ ਮੰਡਿਆਲੀ ਦੇ ਸਨ। ਹੁਣ ਪਾਕਿਸਤਾਨ ਬਣਿਆ, ਪਹਿਲਾਂ ਤਾਂ ਪੰਜਾਬ ਇੱਕੋ ਹੀ ਸੀ। ਉੱਥੋਂ ਉਹ ਮਰਵਾਏ ਸਨ, ਉਹ ਵੀ ਆਏ ਨੇ ਭਾਈ ਦੁਆਰਾ ਦਾਸ ਜੀ। ਲੈ ਰਾਮੋ ਸੰਗ ਸਾਈਂ ਦਾਸ। ਤੇ ਗੁਰੂ ਸਾਹਿਬ ਦੀ ਸਾਲੀ ਬੀਬੀ ਰਾਮੋ ਤੇ ਉਹਦਾ ਪਤੀ ਗੁਰੂ ਸਾਹਿਬ ਦਾ ਸਾਂਢੂ ਭਾਈ ਸਾਈਂ ਦਾਸ। ਇਹ ਬਹੁਤ ਭਗਤ ਹੋਏ ਨੇ। ਮੋਗੇ ਦੇ ਕੋਲ ਪਿੰਡ ਡਰੌਲੀ ਇਹਨਾਂ ਦਾ, ਭਾਈ ਕੀ ਡਰੌਲੀ। ਭਾਈ ਸਾਈਂ ਦਾਸ ਜੀ ਨੂੰ ਮਹਾਰਾਜ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ। ਬਹੁਤ ਉੱਚੀ ਅਵਸਥਾ ਦੇ ਮਾਲਕ ਗੁਰੂ ਦੇ ਭਗਤ ਹੋਏ। ਆਪਣੀ ਪਤਨੀ ਸਮੇਤ ਆਏ ਹਨ। ਰਾਮਾ ਆਏ ਪਹਰ ਜਾ ਪਾਸ। ਤੇ ਆਪਣੀ ਪਤਨੀ ਸਮੇਤ ਭਾਈ ਰਾਮਾ ਵੀ ਆਇਆ। ਭਾਈ ਰਾਮਾ ਕੌਣ ਹੈ? ਰਾਮੇ ਨਾਂ ਦੇ ਕਈ ਸਿੱਖ ਹੋਏ ਨੇ। ਇਹ ਜਿਹੜਾ ਰਾਮਾ ਹੈ ਬਾਬਾ ਗੁਰਦਿੱਤਾ ਜੀ ਦਾ ਸਹੁਰਾ, ਬਟਾਲੇ ਦਾ ਰਹਿਣ ਵਾਲਾ। ਬਟਾਲਾ ਸ਼ਹਿਰ ਹੈ ਨਾ, ਇੱਥੇ ਗੁਰੂ ਨਾਨਕ ਦੇਵ ਜੀ ਦੀ ਬਰਾਤ ਵੀ ਗਈ ਹੈ, ਤੇ ਬਾਬੇ ਗੁਰਦਿੱਤੇ ਦੀ ਬਰਾਤ ਵੀ ਬਟਾਲੇ ਹੀ ਗਈ ਹੈ। ਬਟਾਲੇ ਤੋਂ ਭਾਈ ਰਾਮਾ ਆਪਣੇ ਪਰਿਵਾਰ ਸਮੇਤ ਆਇਆ ਹੈ ਅਫਸੋਸ ਕਰਨ। ਜਿਤ ਕਿਤ ਤੇ ਸੁਨ ਸਭ ਚਲ ਆਏ। ਸਾਧ ਸੰਗਤ ਜੀ, ਹੋਰ ਸੰਗਤਾਂ ਲਾਹੌਰ ਤੋਂ, ਤਰਨਤਾਰਨ ਸਾਹਿਬ ਤੋਂ, ਪਿੰਡਾਂ ਤੋਂ, ਸ਼ਹਿਰਾਂ ਤੋਂ, ਨਗਰਾਂ ਤੋਂ, ਜਿੱਥੇ ਜਿੱਥੇ ਖਬਰ ਪਹੁੰਚੀ ਮਹਾਰਾਜ ਦਾ ਪੁੱਤਰ ਚੜ੍ਹਾਈ ਕਰ ਗਿਆ, ਸਭ ਨੂੰ ਬੜਾ ਦੁੱਖ ਲੱਗਾ। ਇਹ ਤਾਂ ਦੁੱਖ ਦੀ ਖਬਰ ਸੁਣ ਕੇ ਸਾਰਿਆਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਐਡਾ ਸੋਹਣਾ ਬਾਬਾ ਅਟੱਲ, ਉਹਨਾਂ ਦਾ ਚੜ੍ਹਾਈ ਕਰ ਜਾਣਾ ਬੜਾ ਦੁਖਦਾਈ। ਸੁਣ ਕੇ ਸਭ ਆਏ ਹਨ। ਸ਼੍ਰੀ ਗੁਰਦਿੱਤਾ ਜਪ ਸੁਧ ਪਾਏ। ਜਦੋਂ ਬਾਬੇ ਗੁਰਦਿੱਤੇ ਜੀ ਨੂੰ ਖਬਰ ਮਿਲੀ, ਸ਼ੋਕ ਕਰਤ ਚਾਲੇ ਸਹਸਾਏ। ਬਾਬਾ ਗੁਰਦਿੱਤਾ ਜੀ ਕਰਤਾਰਪੁਰ ਸਨ, ਉਹਨਾਂ ਨੂੰ ਵੀ ਬੜਾ ਦੁੱਖ ਲੱਗਾ। ਭਰਾ ਦਾ ਚਲਾਣਾ ਸੁਣ ਕੇ, ਛੋਟਾ ਭਾਈ ਸੀ ਟਲ ਰਾਏ, 9 ਸਾਲਾਂ ਦਾ। ਬਾਬਾ ਗੁਰਦਿੱਤਾ ਜੀ ਆਪਣੇ ਭਰਾ ਦੀ ਮੌਤ ਦੀ ਖਬਰ ਸੁਣ ਕੇ ਆਪਣੀ ਪਤਨੀ ਮਾਤਾ ਨੱਤੀ ਤੇ ਆਪਣੇ ਪੁੱਤਰ ਗੋਦੀ 'ਚ ਬਾਬਾ ਧੀਰਮਲ ਨੂੰ ਲੈ ਕੇ ਆਏ। ਅੰਮ੍ਰਿਤ ਸਰ ਕੇ ਪੰਥ ਸਿਧਾਏ। ਸ੍ਰੀ ਅੰਮ੍ਰਿਤਸਰ ਦੇ ਰਾਹ ਪੈ ਗਏ। ਨੱਤੀ ਲਿਏ ਧੀਰਮਲ ਗੋਦ। ਤੇ ਮਾਤਾ ਨੱਤੀ ਦੀ ਗੋਦ 'ਚ ਧੀਰਮਲ ਜੀ ਉਦੋਂ 6 ਮਹੀਨਿਆਂ ਦੇ। ਬਾਬਾ ਧੀਰਮਲ ਜੀ ਛੋਟੇ ਹਨ। ਮਾਤਾ ਨੱਤੀ ਜੀ ਧੀਰਮਲ ਨੂੰ ਗੋਦੀ 'ਚ ਲੈ ਕੇ ਆਈ ਹੈ। ਆਏ ਸੁਦਾ ਸਰਹੀਨ ਪ੍ਰਮੋਦ। ਅੰਮ੍ਰਿਤਸਰ ਆਏ ਨੇ, ਮਨ ਸਾਰਿਆਂ ਦੇ ਮੁਰਝਾਏ ਹੋਏ ਨੇ। ਖੁਸ਼ੀ ਨਹੀਂ ਕਿਸੇ ਦੇ ਚਿਹਰੇ ਤੇ। ਕਿਉਂ? ਦੁੱਖ ਦੀ ਘੜੀ 'ਚ ਆਏ ਹਨ। ਗੁਰ ਘਰ ਮਹਿ ਪਹਾਰੁਦਨ ਵਿਸਾਲਾ। ਗੁਰੂ ਘਰ ਦੇ ਵਿੱਚ ਬੜਾ ਹੀ ਦੁੱਖ ਅਫਸੋਸ ਸੰਗਤਾਂ ਕਰ ਰਹੀਆਂ ਹਨ। ਪੀਟਤ ਮਿਲੀ ਜਾਲ ਹੀ ਬਾਲਾ। ਪਿੰਡਾਂ ਦੀਆਂ ਬੀਬੀਆਂ ਬੈਰਾਗ ਕਰਦੀਆਂ, ਰੋਂਦੀਆਂ ਆਈਆਂ ਹਨ। ਮ੍ਰਿਤ ਕਾਰਨ ਕੋ ਸੁਨ ਨਰ ਨਾਰੀ। ਕਿਉਂਕਿ ਮੌਤ ਬਹੁਤ ਹੀ ਦੁਖਦਾਈ ਹੈ। ਇੰਨੀ ਛੋਟੀ ਉਮਰ ਵਿੱਚ, 9 ਸਾਲ ਦੀ ਉਮਰ 'ਚ ਕਿਸੇ ਬੱਚੇ ਦਾ ਚਲੇ ਜਾਣਾ। ਆਪਣੇ ਤਾਂ ਰੋਂਦੇ ਨੇ, ਜੇ ਚੰਗੇ ਹੋਣ ਤੇ ਦੁਸ਼ਮਣ ਵੀ ਰੋ ਪੈਂਦੇ ਨੇ। ਦੁਸ਼ਮਣ ਦਾ ਵੀ ਪੁੱਤਰ ਨਾ ਮਰੇ, ਸਿਆਣੇ ਕਹਿੰਦੇ। ਕਿਸੇ ਦੇ ਬੱਚੇ ਦੀ ਮੌਤ ਨਾ ਹੋਵੇ, ਇਹ ਮੌਤ ਬਹੁਤ ਦੁਖਦਾਈ ਹੁੰਦੀ ਹੈ। ਹਾਂਜੀ। ਅਜ਼ਮਤਵੰਤ ਜਾਨ ਕਰ ਪਹਾਰੀ। ਸਾਧ ਸੰਗਤ ਜੀ, ਬਾਬਾ ਅਟੱਲ ਰਾਏ ਤਾਂ ਬੜੇ ਮਹਾਂਪੁਰਸ਼, ਕਰਾਮਾਤੀ ਸ਼ਕਤੀਆਂ ਦੇ ਮਾਲਕ ਸਨ। ਮਹਾਬਲੀ ਹੋਵਤ ਜਗ ਮਾਹੀ। ਮਹਾਬਲੀ ਸਨ, ਤੇ ਜੇ ਵੱਡੇ ਹੁੰਦੇ ਤੇ ਪਤਾ ਨਹੀਂ ਕਿੰਨੀ ਕੁ ਉਹਨਾਂ ਦੀ ਮਹਿਮਾ ਹੋਣੀ ਸੀ। ਇਹ ਤਾਂ ਅੱਧਾ ਖਿੜਿਆ ਫੁੱਲ ਹੀ ਮੁਰਝਾ ਗਿਆ। ਕੁਦਰਤ ਨੇ ਇਸ ਨੂੰ ਪੂਰਾ ਖਿੜਨ ਵੀ ਨਹੀਂ ਦਿੱਤਾ। ਜੇ ਕਿਤੇ ਬਾਬਾ ਅਟੱਲ ਰਾਏ ਜੀ ਵੱਡੇ ਹੁੰਦੇ, ਸੰਗਤਾਂ ਸੋਚਦੀਆਂ, ਤੇ ਫਿਰ ਇਹਨਾਂ ਦੀ ਕਿੰਨੀ ਕੁ ਮਹਿਮਾ ਹੋਣੀ ਸੀ। ਕਹੀਏ ਕਹਾਂ ਜੀਓ ਸੋ ਨਾਹੀ। ਕੀ ਕਹੀਏ,
ਇਹੋ ਜਿਹਾ ਹੋਣਹਾਰ ਬੱਚਾ ਵੀ ਨਹੀਂ ਬਚਿਆ। ਅਧਿਕ ਸ਼ੋਕ ਘਰ ਮਹਿ ਜਬ ਭਇਓ। ਇਦਾਂ ਸਾਧ ਸੰਗਤ ਜੀ, ਅੰਮ੍ਰਿਤਸਰ ਦੇ ਵਿੱਚ ਬੜਾ ਭਾਰੀ ਅਫਸੋਸ, ਬੜਾ ਦੁੱਖ, ਬੜੀ ਗਮਗੀਨਤਾ, ਉਦਾਸੀ ਛਾਈ ਹੋਈ ਹੈ। ਤਬ ਗੁਰਦਾਸ ਗੁਰੂ ਪਠ ਦਇਓ। ਸੰਗਤਾਂ ਰੋ ਰਹੀਆਂ ਨੇ ਤੇ ਮਹਾਰਾਜ ਨੇ ਰੋਂਦੀਆਂ ਹੋਈਆਂ ਮਾਈਆਂ ਨੂੰ ਚੁੱਪ ਕਰਾਉਣ ਵਾਸਤੇ, ਸੰਗਤਾਂ ਨੂੰ ਸ਼ਾਂਤ ਕਰਨ ਵਾਸਤੇ ਭਾਈ ਗੁਰਦਾਸ ਜੀ ਨੂੰ ਭੇਜਿਆ ਹੈ। ਜਾਏ ਸਭਿਨ ਕੋ ਧੀਰਜ ਦੀਨਾ। ਭਾਈ ਗੁਰਦਾਸ ਜੀ ਨੇ ਸਾਰੀ ਸੰਗਤ ਨੂੰ ਹੌਸਲਾ ਦਿੱਤਾ, ਧੀਰਜ ਦਿੱਤਾ, ਜਾ ਕੇ ਸਮਝਾਇਆ। ਨਹਿ ਨਹੁ ਕਰ ਬਦਨ ਮਲੀਨਾ। ਭਾਈ ਗੁਰਦਾਸ ਜੀ ਵੱਡੇ ਸਨ, ਬਜ਼ੁਰਗ ਸਨ। ਕਹਿਣ ਲੱਗੇ, ਸਾਧ ਸੰਗਤ ਜੀ, ਮਾਈਆਂ ਨੂੰ ਵੀ ਬੇਨਤੀ ਹੈ, ਰੋ ਨਾ, ਆਪਣਾ ਮਨ ਦੁਖੀ ਨਾ ਕਰੋ। ਜਗ ਖੇਤੀ ਇਹ ਪ੍ਰਭੂ ਕਰੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਸਾਧ ਸੰਗਤ ਜੀ, ਇਹ ਜਿਹੜੀ ਦੁਨੀਆ ਨਾ, ਇਹ ਰੱਬ ਦੀ ਖੇਤੀ ਹੈ, ਵਾਹਿਗੁਰੂ ਦੀ ਬਣਾਈ ਹੋਈ ਹੈ ਖੇਤੀ ਹੈ। ਖੇਤੀ ਬੀਜਣ ਵਾਲਾ ਆਪਣੀ ਮਰਜ਼ੀ ਨਾਲ ਬੀਜਦਾ, ਆਪਣੀ ਮਰਜ਼ੀ ਨਾਲ ਵੱਢਦਾ। ਹਰੀ ਨਾਹੀ ਪਕਰੀ ਡੱਡਰੀ ਪੱਕੀ ਵੱਢਣਹਾਰ। ਲੈ ਲੈ ਦਾਤ ਪਹੁੰਚਿਆ, ਲਾਵੇ ਕਰ ਤਿਆਰ। ਜਾਂ ਹੋਆ ਹੁਕਮ ਕਿਰਸਾਨ ਦਾ, ਤਾਂ ਲੁਣ ਮਿਲਿਆ ਖੇਤਾਰ। ਖੇਤੀ ਭਾਵੇਂ ਬਿਲਕੁਲ ਹੀ ਹਰੀ ਹੋਵੇ, ਭਾਵੇਂ ਡੱਡਰੀ ਅੱਧ ਕੱਚੀ ਅੱਧ ਪੱਕੀ ਹੋਵੇ, ਭਾਵੇਂ ਪੂਰੀ ਪੱਕੀ ਹੋਵੇ, ਉਹ ਮਾਲਕ ਦੀ ਮਰਜ਼ੀ ਹੈ, ਜਦੋਂ ਮਰਜ਼ੀ ਵਢਵਾ ਲਵੇ। ਇਹ ਸੰਸਾਰ ਉਹਦੀ ਖੇਤੀ ਹੈ, ਉਹਦੇ ਹੁਕਮ ਵਿੱਚ ਹੀ ਪੈਦਾ ਹੋਈ ਹੈ, ਉਹਦੇ ਹੁਕਮ ਵਿੱਚ ਹੀ ਬਿਨਸਦੀ ਹੈ। ਕਾਚੀ ਗਦਰੀ ਪਾਕ ਖਰੀ ਹੈ। ਵਾਹਿਗੁਰੂ ਪਰਮਾਤਮਾ ਭਾਵੇਂ ਕੱਚੀ ਨੂੰ ਕੱਟ ਲਵੇ, ਭਾਵੇਂ ਗਦਰੀ ਜਿਹੜੀ ਅੱਧ ਕੱਚੀ ਅੱਧੀ ਪੱਕੀ, ਉਹਨੂੰ ਗਦਰੀ ਵੀ ਕਹਿ ਦਿੰਦੇ ਨੇ, ਡੱਡਰੀ ਵੀ ਕਹਿ ਦਿੰਦੇ ਨੇ। ਬਾਣੀ ਚ ਨਾ ਹਰੀ ਨਾ ਹੀ ਡੱਡਰੀ, ਜਿਹੜੀ ਵਿਚਕਾਰਲੇ ਮੇਲ ਦੀ ਹੋਵੇ। ਜਵਾਨੀ, ਬਚਪਨ, ਜਵਾਨੀ ਤੇ ਬੁਢੇਪਾ। ਹਰੀ ਨਾ ਹੀ ਡੱਡਰੀ ਪੱਕੀ ਵੱਢਣਹਾਰ। ਹਰੀ ਤੋਂ ਭਾਵ ਹੈ ਵੀ ਬੱਚਾ ਹੀ ਹੋਵੇ, ਡੱਡਰੀ ਯਾਨੀ ਅੱਧੀ ਕੱਚੀ ਅੱਧੀ ਪੱਕੀ, ਜਵਾਨੀ ਕਹਿ ਲਓ, ਤੇ ਪੱਕੀ ਬੁੱਢਾ ਹੋ ਗਿਆ। ਹੁਣ ਮਰਜ਼ੀ ਹੈ ਵਾਹਿਗੁਰੂ ਦੀ, ਜਵਾਨ ਨੂੰ ਲੈ ਜਾਏ, ਬੱਚੇ ਨੂੰ ਲੈ ਜਾਏ, ਬੁੱਢੇ ਨੂੰ ਲੈ ਜਾਏ। ਬਾਰੇ ਬੂਢੇ ਤਰਨੇ ਪਈਆ, ਸਭ ਹੂੰ ਜਮ ਲੈ ਜਈ ਹੈ ਰੇ। ਮਾਨਸ ਬੱਬਰਾ ਮੂਸਾ ਕੀਨੋ, ਮੀਚ ਬਿਲਈਆ ਖਈ ਹੈ ਰੇ। ਧਨਵੰਤਾਰ ਨਿਰਧਨ ਮਨਈ, ਤਾਂ ਕਿ ਕਛੂ ਨਾ ਕਾਨੀ ਰੇ। ਰਾਜਾ ਪਰਜਾ ਸਮ ਘਰ ਮਾਰੈ, ਐਸੋ ਕਾਲ ਬਿਡਾਨੀ ਰੇ। ਇਹ ਨਹੀਂ ਦੇਖਦਾ ਵੀ ਰਾਜੇ ਦਾ ਪੁੱਤਰ ਹੈ ਕਿ ਭਿਖਾਰੀ ਦਾ ਪੁੱਤਰ ਹੈ, ਗਰੀਬ ਹੈ ਜਾਂ ਅਮੀਰ ਹੈ, ਇਹ ਲੈ ਜਾਂਦਾ, ਸਾਰਿਆਂ ਨੂੰ ਲੈ ਜਾਂਦਾ। ਹਾਂਜੀ, ਜਿਸ ਕੋ ਚਾਹੇ ਬਾੜ ਕਰ ਲੇਤ। ਜਿਸ ਨੂੰ ਚਾਹੁੰਦਾ ਉਹਨੂੰ ਵੱਢ ਲੈਂਦਾ, ਜਦੋਂ ਜੀ ਕਰਦਾ ਉਦੋਂ ਵੱਢ ਲੈਂਦਾ। ਹਾਂਜੀ, ਇਸ ਕੋ ਸ਼ੋਕ ਕਰ ਹੈ ਕਿਸ ਹੇਤ। ਫਿਰ ਜਿਹੜੀ ਚੀਜ਼ ਨੇ ਬਿਨਸਣਾ ਹੀ ਹੈ, ਉਹਦਾ ਸ਼ੋਕ ਕਾਹਦਾ ਕਰਨਾ ਹੋਇਆ, ਉਹਦਾ ਕੀ ਰੋਣਾ, ਕੀ ਪਿੱਟਣਾ, ਕੀ ਵਿਰਲਾਪ ਕਰਨਾ। ਇਹ ਤਾਂ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਚਿੰਤਾ ਉਹਦੀ ਕਰੋ ਜਿਹੜੀ ਅਨਹੋਣੀ ਹੋਣੀ। ਇਹ ਤਾਂ ਹੋਣੀ ਹੋਣੀ ਹੈ, ਇਹਦਾ ਸਰੀਰ ਇੱਕ ਨਾ ਇੱਕ ਦਿਨ ਸਾਰਿਆਂ ਦੇ ਜਾਣੇ ਹੀ ਜਾਣੇ ਹਨ। ਹਾਂਜੀ, ਸਗਰੇ ਆਪੋ ਆਪਣੀ ਵਾਰੀ। ਵਾਰੀ ਆਪੋ ਆਪਣੀ, ਕੋਏ ਨਾ ਬੰਧਾ ਧੀਰ। ਆਪਣੇ ਆਪਣੀ ਵਾਰੀ ਨਾਲ ਸਾਰੇ ਜਾਂਦੇ ਹਨ। ਜਾਤ ਚਲੇ ਕੋ ਧੀਰ ਨਾ ਤਹਾਰੀ। ਸਾਰੇ ਭਾਈ ਜਾ ਰਹੇ ਨੇ, ਇੱਥੇ ਕੋਈ ਨਹੀਂ ਰਿਹਾ, ਕੋਈ ਧੀਰਜ ਨਹੀਂ ਧਰਦਾ, ਕੋਈ ਟਿਕਦਾ ਨਹੀਂ। ਗੁਰ ਕੇ ਘਰ ਮਹਿ ਸ਼ੋਕ ਵਿਸਾਲਾ। ਗੁਰੂ ਘਰ ਦੇ ਵਿੱਚ ਸ਼ੋਕ ਨਾ ਕਰੋ ਭਾਈ। ਚਾਹੀਤ ਨਹੀਂ ਰਹਿ ਚਿਰਕਾਲਾ। ਇਹ ਬਹੁਤਾ ਚਿਰ ਨਹੀਂ ਰੋਣਾ ਪਿੱਟਣਾ ਚਾਹੀਦਾ। ਠੀਕ ਹੈ, ਦੁੱਖ ਹੈ ਸਾਰਿਆਂ ਨੂੰ, ਬਹੁਤ ਮਾੜਾ ਹੋਇਆ, ਪਰ ਹੁਣ ਕੀਤਾ ਕੀ ਜਾ ਸਕਦਾ। ਜੋ ਹੋ ਗਿਆ ਉਹਨੂੰ ਮੰਨਣਾ ਹੀ ਪੈਣਾ ਭਾਣੇ ਨੂੰ। ਇਸ ਕਰਕੇ ਭਾਈ ਸਾਰੇ ਵਾਹਿਗੁਰੂ ਵਾਹਿਗੁਰੂ ਜਪੋ, ਭਜਨ ਕੀਰਤਨ ਕਰੋ, ਅਤੇ ਮਹਾਂਪੁਰਸ਼ਾਂ ਨੂੰ ਯਾਦ ਕਰਕੇ ਰੋਵੋ ਨਾ। ਉਹਨਾਂ ਨੂੰ ਯਾਦ ਕਰਕੇ ਬਾਬਾ ਅਟਲ ਰਾਏ ਜੀ ਨੂੰ ਭਜਨ ਬਾਣੀ ਪੜ੍ਹੋ। ਹਾਂਜੀ, ਕਹਾਂ ਭਇਓ ਤਨ ਤਿਆਗ ਸਿਧਾਰੇ। ਕੀ ਹੋ ਗਿਆ ਜੇ ਬਾਬਾ ਅਟਲ ਰਾਏ ਜੀ ਸਾਡੀਆਂ ਅੱਖਾਂ ਤੋਂ ਓਹਲੇ ਹੋ ਗਏ ਨੇ,
ਸਰੀਰ ਛੱਡ ਕੇ ਚਲੇ ਗਏ ਨੇ, ਗੁਰ ਬਚਤੇ ਨਿਤ ਜੀਅ ਬਹੁਤ ਹਾਰੇ। ਪਰ ਗੁਰੂ ਜੀ ਦੇ ਬਚਨਾਂ ਨਾਲ ਸਦਾ ਹੀ ਜਿਉਂਦੇ ਰਹਿਣਗੇ। ਨਾ ਉਹੇ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਉਹ ਨਹੀਂ ਮਰਦੇ ਜਿਨ੍ਹਾਂ ਦੇ ਮਨ 'ਚ ਗੁਰੂ ਵਸਦਾ ਹੈ, ਹਰੀ ਵਸਦਾ ਹੈ, ਰਾਮ ਵਸਦਾ ਹੈ। ਜਿਨ ਕੈ ਰਾਮ ਵਸੈ ਮਨ ਮਾਹੇ, ਨਾ ਉਹੇ ਮਰਹਿ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਉਹ ਨਹੀਂ ਮਰਦੇ। ਧੰਨ ਬਾਬਾ ਅਟਲ ਰਾਏ ਜੀ ਜਿਉਂਦੇ ਨੇ, ਸਦਾ ਹੀ ਜਿਉਂਦੇ ਰਹਿਣਗੇ। ਨਾਮ ਪ੍ਰਤਾਪ ਸੁਜਸ ਸਦ ਕਾਲਾ। ਆਹ, ਉਹਨਾਂ ਦਾ ਨਾਮ, ਉਹਨਾਂ ਦਾ ਜਸ ਸਦਾ ਹੀ ਰਹਿਣਾ। ਰਹਿੰਦੀ ਦੁਨੀਆ ਤੱਕ ਧੰਨ ਧੰਨ ਬਾਬਾ ਅਟਲ ਰਾਏ ਜੀ, ਧੰਨ ਧੰਨ ਬਾਬਾ ਅਟਲ ਰਾਏ ਜੀ, ਧੰਨ ਧੰਨ ਬਾਬਾ ਅਟਲ ਰਾਏ ਜੀ ਹੁੰਦੀ ਰਹਿਣੀ ਹੈ। ਰਹੇ ਅਟਲ ਜਗ ਬਿਦਤ ਵਿਸਾਲਾ। ਬਾਬਾ ਅਟਲ ਰਾਏ ਜੀ ਅਟਲ ਹੀ ਹਨ ਤੇ ਜਗਤ ਵਿੱਚ ਬੜੇ ਪ੍ਰਸਿੱਧ। ਅੱਗੇ ਦੀ ਅੱਗੇ ਉਹਨਾਂ ਦੀ ਮਹਿਮਾ ਪਸਰਦੀ ਜਾਣੀ ਹੈ ਦਿਨੋਂ ਦਿਨ। ਹਾਂਜੀ। ਮ੍ਰਿਦੁਲ ਬਾਕ ਕਹਿ ਕਹਿ ਗੁਰਦਾਸ। ਸਾਧ ਸੰਗਤ ਜੀ, ਏਦਾਂ ਭਾਈ ਗੁਰਦਾਸ ਨੇ ਨਾ, ਜਿੰਨੀਆਂ ਬੀਬੀਆਂ ਰੋ ਰਹੀਆਂ ਸਨ, ਸੰਗਤਾਂ ਰੋ ਰਹੀਆਂ ਸਨ, ਸਾਰਿਆਂ ਨੂੰ ਪਿਆਰ ਨਾਲ ਸਮਝਾਇਆ, ਹੌਸਲਾ ਦਿੱਤਾ। ਹਾਂਜੀ। ਧੀਰ ਤੜਾਈ ਸ਼ੋਕ ਵਿਨਾਸ਼। ਹੌਸਲਾ ਦਿੱਤਾ, ਭਾਣਾ ਮੰਨਣ ਦੀ ਜਾਂਚ ਸਿਖਾਈ ਤੇ ਸ਼ੋਕ ਦੂਰ ਹੋਇਆ। ਦਿਵਸ 13 ਕੋ ਤਬ ਆਇਓ। ਜਦੋਂ 13ਵਾਂ ਦਿਨ ਆਇਆ, ਪੰਚਾਮ੍ਰਿਤ ਬਹੁਤ ਕਰਵਾਇਓ। ਗੁਰੂ ਜੀ ਨੇ ਕੜਾਹ ਪ੍ਰਸ਼ਾਦ ਦੀਆਂ ਬੜੀਆਂ ਦੇਗਾਂ ਤਿਆਰ ਕਰਵਾਈਆਂ। ਭੋਗ ਗ੍ਰੰਥ ਸਾਹਿਬ ਕੋ ਪਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਪਾਇਆ। ਬਹੁਰ ਰਬਾਬੀ ਚੌਂਕੀ ਗਾਏ। ਤੇ ਰਬਾਬੀਆਂ ਨੇ ਫਿਰ ਕੀਰਤਨ ਸ਼ੁਰੂ ਕਰਤਾ। ਸ਼ਬਦ ਚੌਂਕੀ ਹੋਈ, ਬੈਰਾਗਮਈ ਕੀਰਤਨ ਹੋਇਆ। ਪੋਸ਼ਿਸ਼ ਬਹੁਮੋਲੀ ਬਨਵਾਈ। ਬਹੁਤ ਕੀਮਤੀ ਸੋਹਣੇ ਪੁਸ਼ਾਕੇ ਤਿਆਰ ਕਰਵਾ ਕੇ ਪੁੱਤਰ ਹੇਤ ਅਰਦਾਸ ਕਰਾਈ। ਬਾਬਾ ਅਟਲ ਰਾਏ ਜੀ ਦੇ ਨਿਮਿਤ ਬਾਣੀ ਪੜ੍ਹਨ ਵਾਲੇ ਪਾਠੀਆਂ ਨੂੰ, ਭਾਈ ਗੁਰਦਾਸ ਜੀ ਵਰਗਿਆਂ ਨੂੰ, ਭਾਈ ਵਿਧੀ ਚੰਦ ਜੀ ਵਰਗਿਆਂ ਨੂੰ, ਜਿਨ੍ਹਾਂ ਨੇ ਬਾਣੀ ਦਾ ਪਾਠ ਸੁਣਾਇਆ ਸੀ, ਸੁੰਦਰ ਪੁਸ਼ਾਕੇ ਭੇਟਾ ਕੀਤੇ। ਸਭ ਮਹਿ ਪੰਚਾਮ੍ਰਿਤ ਵਰਤਾਇਓ। ਤੇ ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਵਰਤਾਈਆਂ ਗਈਆਂ ਸੰਗਤਾਂ ਨੂੰ। ਸ਼ੋਕ ਸਦਨ ਤੇ ਸਕਲ ਨਸਾਇਓ। ਜਿਹੜਾ ਗੁਰੂ ਘਰ 'ਚ 13 ਦਿਨਾਂ ਤੋਂ ਭਾਰੀ ਸ਼ੋਕ ਸੀ, ਉਹ ਦੂਰ ਹੋ ਗਿਆ। ਗੁਰ ਘਰ ਕੀ ਮਰਜ਼ਾਦਾ ਜੇਤੀ। ਗੁਰੂ ਘਰ ਦੀ ਜਿਹੜੀ ਮਰਜ਼ਾਦਾ ਹੈ, ਕੋਈ ਪੁਰਾਣੀ ਚੜ੍ਹਾਈ ਕਰ ਜਾਵੇ, ਉਹਦਾ ਸੰਸਕਾਰ ਕਰਕੇ ਆਓ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸ਼ੁਰੂ ਕਰ ਦਿਓ। 10ਵੇਂ ਦਿਨ, 13ਵੇਂ ਦਿਨ, ਜਾਂ ਜਿਹੜਾ ਵੀ ਦਿਨ ਠੀਕ ਸੰਗਤਾਂ ਮੰਨਣ। ਅੱਜ ਕੱਲ੍ਹ ਐਤਵਾਰ ਹੀ ਹੁੰਦਾ, ਉਹਨਾਂ ਦਿਨ ਪਾਠ ਕਰੋ। ਸਾਰੇ ਘਰ ਦੇ ਰਲ ਕੇ ਪਾਠ ਕਰੋ। ਜੇ ਨਹੀਂ ਕਰ ਸਕਦੇ, ਪਾਠ ਸੁਣੋ। ਸ਼ਾਮ ਨੂੰ ਸਹਿਜ ਕੀਰਤੀ ਦੇ ਸਲੋਕਾਂ ਦੀ ਜਾਂ ਜੈਤਸਰੀ ਦੀ ਵਾਰ ਦੀ ਕਥਾ ਵੀ ਕਰੋ। ਫਿਰ 13ਵੇਂ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਾ ਕੇ, ਅੱਜ ਕੱਲ੍ਹ 10ਵੇਂ ਦੀ ਮਰਜ਼ਾਦਾ ਪੰਥ ਵਿੱਚ ਚੱਲ ਰਹੀ ਹੈ। ਪਹਿਲਾਂ 13ਵੇਂ ਦੀ ਚੱਲਦੀ ਸੀ, ਕਦੀ 17ਵੇਂ ਦੀ। ਬਜ਼ੁਰਗ ਬਹੁਤਾ ਕੋਈ ਹੋਵੇ ਤੇ ਉਹਦੀ 17ਵੇਂ ਵੀ ਕਰਦੇ ਸੀ। ਸੋ 13ਵੀਂ ਦਾ ਆਮ ਚੱਲਦਾ ਸੀ ਪੰਜਾਬ ਵਿੱਚ ਰਿਵਾਜ। 13ਵੇਂ ਦਿਨ ਭੋਗ ਪਾਉਂਦੇ ਸੀ। ਫਿਰ 10ਵੇਂ ਦਿਨ, ਹੁਣ ਤਾਂ 10ਵਾਂ ਵੀ ਨਹੀਂ ਕੋਈ ਦੇਖਦੇ, ਦੂਜੇ ਚੌਥੇ ਦਿਨ ਹੀ ਪਾ ਦਿੰਦੇ ਆ। ਖੈਰ, ਇਹਦਾ ਸਮੇਂ ਦੀਆਂ ਤੇ ਦੇਸ਼ ਦੀਆਂ ਪਰਿਸਥਿਤੀਆਂ ਬਦਲਦੀਆਂ ਰਹਿੰਦੀਆਂ, ਇਹਦੇ 'ਚ ਬਹੁਤਾ ਵਹਿਮ ਵੀ ਨਹੀਂ ਕਰ ਸਕਦੇ। ਜੋ ਉਹ ਬਾਣੀ ਪੜ੍ਹੋ, ਔਰ ਜਦੋਂ ਭੋਗ ਪਵੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਵਰਤਾਣੀ। ਮਿੱਠਾ ਕੜਾਹ ਪ੍ਰਸ਼ਾਦ ਖਾ ਲਿਆ, ਇਹਦਾ ਮਤਲਬ ਹੈ ਵੀ ਅਸੀਂ ਤੇਰਾ ਭਾਣਾ ਮਿੱਠਾ ਕਰਕੇ ਮੰਨ ਲਿਆ। ਹਾਂਜੀ। ਸਤਿਗੁਰ ਕਰਵਾਏ ਸਤਬ ਤੇਤੀ। ਮਹਾਰਾਜ ਨੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਾਰਾ ਪਾਠ ਕਰਾਇਆ, ਭੋਗ ਪਵਾਇਆ, ਦੇਗ ਲੰਗਰ ਦੀ ਸੇਵਾ ਕੀਤੀ ਸੰਗਤਾਂ ਦੀ। ਅਗਲੇ ਦਿਵਸ ਵਿਸਰਜਨ ਕਰੇ। ਅਗਲੇ ਦਿਨ ਜਿਹੜੀ ਆਈ ਸੀ ਨਾ ਸੰਗਤ ਸਾਰੀ, ਰਿਸ਼ਤੇਦਾਰ, ਸਾਕ ਸੰਬੰਧੀ, ਉਹ ਸਾਰੀ ਸੰਗਤ ਨੂੰ ਵਿਦਾ ਕੀਤਾ। ਹਾਂਜੀ। ਅਟਲ ਰਾਏ ਹਿਤ ਆਏ ਜੋ ਬਰੇ। ਜਿਹੜੇ ਬਾਬਾ ਅਟਲ ਰਾਏ ਜੀ ਦੇ ਵਾਸਤੇ ਅਫਸੋਸ ਕਰਨ ਆਏ ਸੀ ਗੁਰੂ ਘਰ ਵਿੱਚ, ਸਾਰੇ ਗੁਰੂ ਜੀ ਦੀ ਆਗਿਆ ਲੈ ਕੇ ਵਾਪਸ ਆਪਣੇ ਆਪਣੇ ਨਗਰਾਂ ਪਿੰਡਾਂ ਨੂੰ ਚਲੇ ਗਏ। ਤ੍ਰਿਯਜੁਤ ਦਾਸ ਨਰਾਇਣ ਗਇਓ। ਬਾਬਾ ਨਰਾਇਣ ਦਾਸ ਜੀ
ਆਪਣੀ ਪਤਨੀ ਸਮੇਤ ਡੱਲੇ ਪਿੰਡ ਵਾਪਸ ਚਲੇ ਗਏ। ਪੁਰ ਡੱਲੇ ਜਸ ਉਚਰਤ ਭਇਓ। ਡੱਲੇ ਪਿੰਡ ਜਾ ਕੇ ਬਾਬੇ ਟਲ ਰਾਏ ਦੀਆਂ ਵਡਿਆਈਆਂ ਸੰਗਤਾਂ ਨੂੰ ਦਸੀਆਂ ਹਨ। ਦੁਆਰਾ ਭਾਗਣ ਸਹਿਤ ਸਿਧਾਰਾ। ਭਾਈ ਦੁਆਰਾ ਆਪਣੀ ਪਤਨੀ ਭਾਗਣ ਸਮੇਤ ਵਾਪਸ ਮੰਡਿਆਣੀ ਚਲਾ ਗਿਆ। ਗੁਰੂ ਅਮਰ ਕੋ ਬੰਸ ਪਧਾਰਾ। ਗੁਰੂ ਅਮਰਦਾਸ ਦੇ ਬੱਚੇ ਭੱਲੇ ਸਾਹਿਬਜ਼ਾਦੇ ਗੋਇੰਦਵਾਲ ਸਾਹਿਬ ਤੋਂ ਆਏ ਸੀ, ਉਹ ਵੀ ਵਾਪਸ ਗੋਇੰਦਵਾਲ ਸਾਹਿਬ ਚਲੇ ਗਏ। ਤੇਹਣ ਗਏ ਖਡੂਰ ਮਝਾਰੀ। ਔਰ ਤ੍ਰੇਣ ਆਏ ਸੀਗੇ ਖਡੂਰ ਸਾਹਿਬ ਤੋਂ, ਖਡੂਰ ਸਾਹਿਬ ਚਲੇ ਗਏ ਗੁਰੂ ਅੰਗਦ ਦੇਵ ਜੀ ਦੇ ਬੱਚੇ। ਰਾਮਾ ਗਮਨਿਓ ਲੈ ਨਿਜ ਨਾਰੀ। ਭਾਈ ਰਾਮਾ ਆਪਣੀ ਪਤਨੀ ਨੂੰ ਲੈ ਕੇ ਬਟਾਲੇ ਚਲਾ ਗਿਆ। ਇਨ ਤੇ ਆਦ ਜੋ ਆਵਤ ਭਏ। ਹੋਰ ਵੀ ਜਿਹੜੇ ਰਿਸ਼ਤੇਦਾਰ ਸਾਖ ਸੰਬੰਧੀ ਆਏ ਸਭ ਚਲੇ ਗਏ। ਗੁਰ ਸੋ ਮਿਲ ਮਿਲ ਨਿਜ ਘਰ ਗਏ। ਆਪਣੇ ਆਪਣੇ ਘਰਾਂ ਨੂੰ, ਪਿੰਡਾਂ ਨੂੰ, ਸ਼ਹਿਰਾਂ ਨੂੰ ਮੁੜ ਗਏ। ਸਭ ਹੀ ਸੁਨ ਸੁਨ ਅਚਰਜ ਗਾਥਾ। ਜਿੱਥੇ ਜਿੱਥੇ ਸੰਗਤਾਂ ਨੂੰ ਜਾ ਕੇ ਦੱਸਿਆ ਗੁਰੂ ਦਾ ਪ੍ਰਸੰਗ, ਗੁਰੂ ਦੇ ਪੁੱਤਰ ਬਾਬੇ ਟਲ ਰਾਏ ਦੀ ਕਥਾ ਸੁਣਾਈ। ਸਿਸ ਜੀ ਵਾਇਸ ਅਜ਼ਮਤ ਸਾਥਾ। ਕਹਿੰਦੇ ਕੈਸਾ ਬਾਲਕ ਸੀ, ਆਪਣੀ ਸ਼ਕਤੀ ਨਾਲ ਆਪਣਾ ਸਾਥੀ ਜਿੰਦਾ ਕਰਤਾ। ਆਪਣੇ ਮਰੇ ਹੋਏ ਸਾਥੀ ਦੀ ਗਲ 'ਚ ਖੂੰਡੀ ਪਾ ਕੇ ਕਹਿੰਦੇ ਉੱਠ ਖੜਾ ਹੋ। ਇੱਦਾਂ ਜਿਨ੍ਹਾਂ ਨੇ ਕਰਕੇ ਵਿਖਾਇਆ, ਧੰਨ ਬਾਬਾ ਟਲ ਰਾਏ ਜੀ, ਤੇ ਆਪਣੇ ਸਾਥੀ ਦੀ ਥਾਂ ਤੇ ਆਪ ਆਪਣੇ ਗੁਰੂ ਦਾ ਹੁਕਮ ਮੰਨ ਕੇ ਸਰੀਰ ਛੱਡ ਦਿੱਤਾ। ਐਡੇ ਮਹਾਂਪੁਰਸ਼ ਕਿੱਥੋਂ ਲੱਭਣੇ। ਧੰਨ ਬਾਬਾ ਟਲ ਰਾਏ ਜੀ, ਧੰਨ ਬਾਬਾ ਟਲ ਰਾਏ ਜੀ। ਧੰਨ ਧੰਨ ਹੋ ਰਹੀ ਹੈ ਥਾਂ ਥਾਂ ਤੇ। ਪਿਤਾ ਰਿਸਿਓ ਜਬ ਹੇਰਨ ਕੀਨਾ। ਜਦੋਂ ਪਿਤਾ ਦਾ ਗੁੱਸਾ ਵੇਖਿਆ, ਨਾਰਾਜ਼ਗੀ ਵੇਖੀ, ਆਪਣੋ ਤਨ ਤਬ ਤਿਆਗਨ ਕੀਨਾ। ਆਪਣਾ ਸਰੀਰ ਤਿਆਗ ਦਿੱਤਾ। ਮਹਾਪੁਰਖ ਪੂਰਨ ਅਸ ਕੋਈ। ਇਸ ਤਰ੍ਹਾਂ ਦਾ ਮਹਾਂਪੁਰਸ਼ ਲੱਭਣਾ ਮੁਸ਼ਕਲ ਹੈ। ਬਾਲ ਬੈਸ ਅਸ ਅਜ਼ਮਤ ਹੋਈ। ਇਹੋ ਜੀ ਸ਼ਕਤੀ ਬਾਲ ਅਵਸਥਾ 'ਚ ਇੰਨੀ ਕਰਾਮਾਤ। ਇੱਦਾਂ ਸਾਧ ਸੰਗਤ ਜੀ ਪਿੰਡ ਪਿੰਡ, ਸ਼ਹਿਰ ਸ਼ਹਿਰ, ਪੂਰੀ ਦੁਨੀਆ 'ਚ ਖਬਰ ਫੈਲੀ। ਸੋ ਬਾਬੇ ਟਲ ਰਾਏ ਜੀ ਦੇ ਚਲਾਣੇ ਦੀ ਇਹ ਕਥਾ ਅਜੇ ਕੱਲ੍ਹ ਦੇ ਪ੍ਰਕਰਣਾਂ ਵਿੱਚ ਵੀ ਕੁਝ ਅੰਸ਼ ਆਉਣਗੇ। ਅੱਗੇ ਫਿਰ ਆਪਾਂ ਹੋਰ ਕਥਾ ਸਰਵਣ ਕਰਾਂਗੇ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਪਿੰਦਰ ਸਿੰਘ ਜੀ, ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ, ਉਹ ਕੱਲ੍ਹ ਆ ਰਹੇ ਨੇ ਸਾਡੇ ਕੋਲ। ਉਹਨਾਂ ਨੇ ਵੀ ਕਥਾ ਸਾਧ ਸੰਗਤ ਜੀ ਗੁਰੂ ਦਰਬਾਰ ਵਿੱਚ 2-3 ਦਿਨ ਸੰਗਤਾਂ ਨਾਲ ਵਿਚਾਰ ਸਾਂਝੇ ਕਰਨੇ ਹੈ। ਆਪਾਂ ਸਿੰਘ ਸਾਹਿਬ ਜੀ ਕੋਲੋਂ ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲਾ ਬਣਾਵਾਂਗੇ। ਹੇ ਗੋਬਿੰਦ, ਹੇ ਗੋਪਾਲ, ਹੇ